ਗਿਆਨੀ ਸਤਨਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਅੱਜ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰ ਰਹੇ ਹਨ। ਕਥਾ ਸਰਵਣ ਕਰੋ ਤੇ ਆਪਣਾ ਜਨਮ ਸਫਲਾ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰਿ ਸੋਭਾ चिंता लाहे हमारी अवर न सूझै दूजी ठाहर हार परियो तो द्वारी लेखा छोड़ अलेखा छूट है हम निर्गुण लेहो उबारी साधबख सिंध सदा मेहरवाना सबना दे आधारी नानक दास संत पाछै परियो राख लिहो यह बारी नानक दास संत पाछै परियो राख लिहो यह बारी फिरत फिरत प्रभ आया परया तो सरनाए नानक की प्रभ बेनती अपनी
ਭਗਤੀ ਲਾਏ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣਾ ਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸੁਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਨਾਨਕ ਮਨਹੁ ਨਾ ਬੀਸਰੈ, ਗੁਣ ਨਿਧ ਗੋਬਿੰਦ ਰਾਏ। ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਨਾਨਕ ਮਨਹੁ ਨਾ ਬੀਸਰੈ, ਗੁਣ ਨਿਧ ਗੋਬਿੰਦ ਰਾਏ। ਪੌੜੀ ਟਹਿਲ ਕਰਹੁ ਤਉ ਏਕ ਕੀ, ਜਾਤੇ ਬਿਰਥਾ ਨ ਕੋਏ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਏ। ਟਹਿਲ ਮਹਿਲ ਤਾ ਕਉ ਮਿਲੈ, ਜਾ ਕਉ ਸਾਧ ਕਿਰਪਾਲ। ਸਾਧੂ ਸੰਗਤ ਤਉ ਬਸੈ, ਜੋ ਆਪਨ ਹੋਏ ਦਇਆਲ। ਟੋਹੇ ਟਾਹੇ ਬਹੁ ਭਵਨ, ਬਿਨ ਨਾਵੈ ਸੁਖ ਨਾਹੇ। ਚਲਹਿ ਜਾਮ ਕੇ ਦੂਤ ਤਹਿ, ਜੋ ਸਾਧੂ ਸੰਗ ਸਮਾਹੇ। ਬਾਰ ਬਾਰ ਜਾਓ ਸੰਤ ਸਦਕੇ, ਨਾਨਕ ਪਾਪ ਬਿਨਾਸੇ ਕਦ ਕੇ। ਬਾਰ ਬਾਰ ਜਾਓ ਸੰਤ ਸਦਕੇ, ਨਾਨਕ ਪਾਪ ਬਿਨਾਸੇ ਕਦ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗਰੀਬ ਨਿਵਾਜ। ਅੰਤਰਜਾਮੀ ਭਗਤ ਵਛਲ ਕਰੁਣਾ ਨਿਧਾਨ, ਸਰਬ ਪਾਲਕ ਸਰਬ ਕਾਲਕ। ਧੰਨ 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 ਗਰੀਬ ਨਿਵਾਜ ਪਿਤਾ ਸਤਿਗੁਰੂ ਜੀ।
ਤਿਨਾਂ ਦੀ ਪਾਵਨ ਪਵਿੱਤਰ ਗੋਦੀ ਦੇ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ, ਸਤਿਗੁਰਾਂ ਦੇ ਦਰ ਦੇ ਉੱਤੇ ਸੱਚਖੰਡ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ, ਤਰਸ ਦਾ ਸਦਕਾ, ਕਰੁਣਾ ਦਾ ਸਦਕਾ, ਉਹਦੀ ਮਾਇਆ ਦਾ ਸਦਕਾ, ਉਹਦੀ ਮਿਹਰ ਦਾ ਸਦਕਾ, ਤਰਸ ਦੇ ਘਰ ਵਿੱਚ ਆ ਕੇ ਆਪਣੇ ਚਰਨਾਂ ਦੀ ਸ਼ੋਭ ਪ੍ਰਾਪਤ ਪਾਵਨ ਹਜ਼ੂਰੀ ਸੱਚਖੰਡ ਦੀਦਾਰ ਅਬਚਲ ਨਗਰ ਵਿਖੇ ਆਪਾਂ ਨੂੰ ਵਾਸਾ ਬਖਸ਼ਿਆ ਹੈ। ਪਿਤਾ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜਿਸ ਪਾਵਨ ਅਸਥਾਨ ਦੀ ਚਰਨ ਧੂੜ ਨੂੰ ਸਾਰੀ ਸ੍ਰਿਸ਼ਟੀ ਦੇ ਧਰਮੀ ਲੋਕ, ਗੁਪਤ ਤੇ ਪ੍ਰਗਟ ਜਿੰਨੀ ਵੀ ਸ੍ਰਿਸ਼ਟੀ ਹੈ, ਜੋ ਤਰਸਦੇ ਨੇ, ਜੋ ਚਾਹੁੰਦੇ ਨੇ, ਗੁਰਮੁਖੋਂ ਪ੍ਰਾਪਤ ਨਹੀਂ ਹੁੰਦੀ, ਪਰ ਸਤਿਗੁਰਾਂ ਨੇ ਤਰਸ ਕਰਕੇ, ਰਹਿਮਤ ਕਰਕੇ, ਬਖਸ਼ਿਸ਼ ਕਰਕੇ ਆਪਾਂ ਨੂੰ ਮਿਹਰ ਕੀਤੀ ਹੈ। ਆਪਣੇ ਚਰਨਾਂ ਦੇ ਵਿੱਚ ਸਰੀਰ ਕਰਕੇ ਬੈਠਣ ਦਾ ਸੁਭਾਗ ਬਖਸ਼ਿਆ ਹੈ। ਸ਼ੁਕਰ ਸਤਿਗੁਰੂ ਜੀ ਤਾਂ ਜਿੱਥੇ ਵੀ ਗੁਰਮੁਖੋਂ ਸੁਭਾਇਮਾਨ ਹੋ ਜਾਣ ਉੱਥੇ ਹੀ ਸਤਸੰਗਤ ਬਣ ਜਾਂਦੀ ਹੈ। ਇਹ ਤਾਂ ਭਾਵਨ ਉਹ ਅਸਥਾਨ ਹੈ ਜਿਹੜਾ ਜੁਗਾਂ ਜੁਗਾਂਤਰਾਂ ਤੋਂ ਤਪਸਵੀ ਗੁਰਮੁਖ ਮਹਾਂਪੁਰਖ ਅਤੇ ਸਤਿਗੁਰੂ ਜੀ ਨੇ ਆਪ ਮਹਾਨ ਤਪ ਕਰਕੇ ਆਪਣਾ ਨਾਮ ਆਪੇ ਜਪੋ ਆਪਣਾ ਜਾਪ ਅਨੁਸਾਰ ਦੁਸ਼ਟ ਦਮਨ ਰੂਪ ਦੇ ਵਿੱਚ ਜਦੋਂ ਸਾਧੂ ਮਹਾਂਪੁਰਖ ਗੁਰਮੁਖ ਦੁਸ਼ਟ ਲੋਕਾਂ ਦੇ ਸਤਾਏ ਹੋਏ ਜਦੋਂ ਕੋਈ ਵੀ ਆਸਰਾ ਨਹੀਂ ਦਿਖਾਈ ਦਿੰਦਾ ਸੀ ਤਾਂ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ, ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਵਿੱਚ ਪੁਕਾਰ ਕੀਤੀ, ਹੈ ਦਾਤਾਰ ਤੇਰੀ ਬਣਾਈ ਸ੍ਰਿਸ਼ਟੀ ਹੈ ਪਰ ਵਿਗੜ ਬਹੁਤ ਗਈ ਹੈ, ਕਿਰਪਾ ਕਰੋ, ਕਿਰਪਾ ਕਰੋ, ਸਾਡੀ ਰੱਖਿਆ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਆਪ ਕਿਰਪਾ ਕਰਕੇ ਕਹਿੰਦੇ ਨੇ, ਸਕਤਾ ਸੀ ਹੁਮਾਰੇ ਪੈ ਵੱਗੈ ਖਸਮੈ ਸਾਪੁਰ ਸਾਈ। ਜਦੋਂ ਜੋਰਾਵਰ ਧਿੰਗੋ ਜੋਰੀ ਕਰਨ ਵਾਲਾ ਗਊਆਂ ਦੇ ਉੱਤੇ ਫਿਰ ਹਮਲਾ ਕਰਦਾ ਹੈ ਨਾ, ਫਿਰ ਉਹਦਾ ਖਸਮ ਖੁਦ ਪੁਰਸ਼ਾਰਥ ਕਰਦਾ, ਉਦਮ ਕਰਦਾ ਉਹਨਾਂ ਦੀ ਰੱਖਿਆ ਵਾਸਤੇ। ਉਹਦਾ ਫਰਜ਼ ਬਣ ਜਾਂਦਾ ਹੈ ਜਿਹੜਾ ਗਊਆਂ ਦਾ ਰਖਵਾਲਾ ਹੈ, ਉਹ ਜਿਹੜਾ ਜੋਰਾਵਰ ਸ਼ੇਰ ਹੈ ਉਹਨਾਂ ਤੋਂ ਰੱਖਿਆ ਕਰੇ। ਇਸੇ ਤਰ੍ਹਾਂ ਜਿਹੜੇ ਵਿਕਾਰਾਂ ਦੇ ਵਿੱਚ ਤਪ ਕੇ ਇੰਨੇ ਵਿਕਾਰੀ ਹੋ ਗਏ, ਇੰਨੇ ਸਰੀਰ ਦੁਸ਼ਟ ਹੋ ਗਏ, ਅਕਿਰਤਕਣ ਹੋ ਗਏ, ਇੰਨੇ ਪਾਪੀ ਹੋ ਗਏ, ਆਮ ਸਾਧੂ ਮਹਾਤਮਾ ਗੁਰਮੁਖਾਂ ਨੂੰ ਲੋਕਾਈ ਨੂੰ ਮਾਰਨ ਲੱਗ ਪਏ। ਉਹਨਾਂ ਦੈਂਤਾਂ ਦਾ ਨਾਸ ਕਰਨ ਵਾਸਤੇ ਸਾਧੂ ਮਹਾਂਪੁਰਖਾਂ ਗੁਰਮੁਖਾਂ ਦੀ ਪੁਕਾਰ ਸੁਣ ਕੇ ਫਿਰ ਪ੍ਰਕਾਸ਼ ਸਰੂਪ ਪਰਮਾਤਮਾ ਕਿਸੇ ਦੇ ਸਰੀਰਕ ਸੰਬੰਧ, ਮਾਤਾ ਪਿਤਾ ਦੇ ਸੰਬੰਧ ਤੋਂ ਨਹੀਂ, ਇੱਕਦਮ ਹੀ ਜੋਤ ਸਰੂਪ ਦੇ ਵਿੱਚੋਂ ਦੁਸ਼ਟ ਦਮਨ ਰੂਪ ਵਿੱਚ ਪ੍ਰਗਟ ਹੋਏ। ਉਹਨਾਂ ਦੁਸ਼ਟਾਂ ਦਾ ਨਾਸ ਕੀਤਾ ਉਸ ਪ੍ਰਕਾਸ਼ ਸਰੂਪ ਪਰਮਾਤਮਾ ਦੇ ਰੂਪ ਜੋ ਸਰੀਰ ਧਾਰਨ ਕੀਤਾ ਸੀ। ਇਸੇ ਵਾਸਤੇ ਆਪ ਜੀ ਦਾ ਨਾਮ ਦੁਸ਼ਟ ਦਮਨ ਪੈ ਗਿਆ, ਦੁਸ਼ਟਾਂ ਦਾ ਨਾਸ ਕਰਨ ਵਾਲੇ, ਦੁਸ਼ਟਾਂ ਨੂੰ ਦਬਾਉਣ ਵਾਲੇ, ਦੁਸ਼ਟਾਂ ਨੂੰ ਨਾਸ ਕਰਨ ਵਾਲੇ। ਇਸ ਪਾਵਨ ਅਸਥਾਨ ਤੇ ਮਹਾਨ ਰਹਿਮਤਾਂ ਸਾਧੂ ਮਹਾਂਪੁਰਸ਼ਾਂ ਨੂੰ ਬਖਸ਼ਾਂ ਕੀਤੀਆਂ, ਦੂਰ ਦੂਰ ਤੱਕ ਬੰਦਗੀ ਕਰਨ ਵਾਲਿਆਂ ਨੂੰ ਨਿਹਾਲ ਕੀਤਾ। ਫਿਰ ਹੋਰ ਜਿਹੜੀ ਗੁਪਤ ਸ੍ਰਿਸ਼ਟੀ ਵਿੱਚ ਸ੍ਰਿਸ਼ਟੀ ਹੈ, ਹੇਮਕੁੰਡ ਪਰਬਤ ਦੇ ਉੱਤੇ ਜਿਹੜੇ ਉਧਰ ਗੁਫਾਵਾਂ 'ਚ, ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਸਰਗੁਣ ਸਰੂਪ ਵਿੱਚ ਹੀ ਸੁਮੇਰ ਪਰਬਤ ਤੇ ਜਾ ਕੇ ਸਿੱਧਾ ਨਾ ਗੋਸ਼ਟ ਕਰਕੇ ਉਹਨਾਂ ਨੂੰ ਨਿਹਾਲ ਕੀਤਾ। ਸੁਮੇਰ ਪਰਬਤ ਤਾਂ ਉਹਦੇ ਨਾਲੋਂ ਵੀ, ਹੇਮਕੁੰਡ ਸਾਹਿਬ ਨਾਲੋਂ ਵੀ ਉੱਚਾ ਹੈ। ਉਹ ਤਾਂ ਹਰ ਟਾਈਮ ਹੀ ਬਰਫੀਲਾ ਹੀ ਰਹਿੰਦਾ ਹੈ। ਇਹ ਤਾਂ ਫਿਰ ਵੀ ਕੁਛ ਮਹੀਨੇ ਖੁੱਲ ਜਾਂਦਾ ਹੈ ਅਸਥਾਨ। ਜਿਹੜੇ ਤਰਕ ਕਰਨ ਵਾਲੇ, ਮੈਂ ਉਹਨਾਂ ਦੀ ਗਿਆਤ ਵਾਸਤੇ ਬੇਨਤੀ ਕਰਾਂ, ਹੇਮਕੁੰਡ ਸਾਹਿਬ ਜੀ ਦਾ ਅਸਥਾਨ ਤਾਂ ਫਿਰ ਵੀ ਬਰਫ਼ ਤੋਂ ਬਿਨਾਂ ਹੋ ਜਾਂਦਾ ਹੈ ਕੁਝ ਮਹੀਨੇ। ਸੁਮੇਰ ਪਰਬਤ ਦੇ ਜਿਹੜੇ ਇਲਾਕੇ ਉਹ ਤਾਂ ਕਦੀ ਬਰਫ਼ ਤੋਂ ਹਟਦੇ ਹੀ ਨਹੀਂ ਉੱਥੇ।
ਮਹਾਰਾਜ ਜੀ ਨੇ ਉੱਥੇ ਵੀ ਤਾਂ ਜਾ ਕੇ ਨਿਹਾਲ ਕੀਤਾ ਹੀ ਹੈ, ਸਿੱਧਾਂ ਨੂੰ, ਜੋਗੀਆਂ ਨੂੰ, ਨਾਥਾਂ ਨੂੰ। ਇਸੇ ਤਰ੍ਹਾਂ ਪਿਤਾ ਸਤਿਗੁਰੂ ਜੀ ਨੇ ਦੁਸ਼ਟ ਦਮਨ ਰੂਪ ਦੇ ਵਿੱਚ ਸਾਰਿਆਂ ਨੂੰ ਨਿਹਲ ਕੀਤਾ ਅਤੇ ਵਾਹਿਗੁਰੂ ਵਿੱਚ ਲੀਨ ਹੋ ਗਏ। ਉਹ ਫਿਰ ਸਰਗੁਣ ਸਰੂਪ ਧਾਰਨ ਕੀਤਾ ਇਸ ਕਲਯੁਗ ਵਿੱਚ ਸਾਡਾ ਉद्धार ਕਰਨ ਵਾਸਤੇ ਮਿਹਰਾਂ ਕੀਤੀਆਂ। ਫਿਰ ਇਸ ਸਥਾਨ ਤੇ ਆ ਕੇ ਮਹਾਨ ਕੌਤਕ ਵਰਤਾਏ ਤੇ ਆਪਣਾ ਸਦੀਵੀ ਸਰੂਪ, ਬਾਣੀ ਸਰੂਪ, ਖਾਲਸਾ ਸਰੂਪ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬੇ ਜੋਗ, ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟਹਿ ਸੋਗ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਜਿਨ੍ਹਾਂ ਦੇ ਚਰਨ ਧੂੜ ਨੂੰ ਪਰਸਣ ਦੇ ਨਾਲ ਸੋਗ ਮਿਟ ਜਾਂਦੇ। ਚੜ੍ਹਦੀ ਕਲਾ ਵਾਲੇ ਗੁਰਮੁਖ ਗੁਰਸਿੱਖਾਂ ਦੀ ਜਦੋਂ ਸੰਗਤ ਚ ਕੋਲ ਬੈਠੀ ਦਾ ਨਾ, ਕਈ ਸਵਾਲ ਪੁੱਛਣੇ ਹੁੰਦੇ, ਕਈ ਫੁਰਨੇ ਸਭ ਐਨ ਸ਼ਮਨ ਹੋ ਜਾਂਦੇ। ਫਿਰ ਆਪਾ ਆਪ ਹੀ ਦਿਖਾਈ ਦਿੰਦਾ ਹੈ, ਸਭਾ ਕਾਲਖ ਦਾਗਾ ਦਾਗ। ਗੁਰਮੁਖੋ ਜਿਵੇਂ ਕੋਈ ਸੱਟ ਲੱਗ ਜਾਵੇ, ਕੋਈ ਥਾਂ ਸੜ ਜੇ ਨਾ, ਜ਼ਖਮ ਤਾਂ ਠੀਕ ਹੋ ਜਾਂਦਾ ਹੈ ਪਰ ਦਾਗ ਨਹੀਂ ਹਟਦੇ। ਤੇ ਦਾਗ ਕਿਤੇ ਬਦਕਿਸਮਤੀ ਨਾਲ ਮੂੰਹ ਤੇ ਹੋਣ ਨਾ, ਉਹ ਤਾਂ ਇੰਨੇ ਪਰੇਸ਼ਾਨ ਕਰਦੇ ਆ ਕਿ ਬੰਦੇ ਦਾ ਸੀਸਾ ਵੇਖਣ ਨੂੰ ਜੀ ਨਹੀਂ ਕਰਦਾ। ਅਖੀਰਲਾ ਬਚਨ ਆਇਆ ਨਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਚਮ ਸਰੂਪ ਕਹਿੰਦੇ ਨੇ, ਨਾਨਕ ਪਾਪ ਬਿਨਾਸੇ ਕਦ ਕੇ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਗੁਰਮੁਖਾ ਝੂਰਨਾ, ਪਤਾ ਨਹੀਂ ਕਦੋਂ ਦੇ ਤੇਰੇ ਪਾਪ ਨਾਸ ਹੋ ਗਏ। ਸਾਧੂਆਂ ਕੋ ਆਉਣ ਤੋਂ ਪਹਿਲਾਂ ਹੀ ਪਾਪ ਤੇ ਸਾਰੇ ਭੱਜ ਗਏ, ਤੇਰੇ ਨਾਸ ਹੋ ਗਏ। ਠੀਕ ਹੈ, ਸਤਿਗੁਰੂ ਜੀ ਆਪ ਜੀ ਦਾ ਬਚਨ ਸਦੀਵੀ ਤ੍ਰੈਕਾਲ ਅਬਾਤੰ ਸਤੰ ਸਰੂਪ ਹੈ। ਆਪ ਜੀ ਦੇ ਬਚਨ ਸਦੀਵੀ ਸੱਚ ਹਨ। ਪਾਪ ਤਾਂ ਨਾਸ ਹੋ ਗਏ, ਪਰ ਪਾਪ ਜਿਹੜੇ ਦਾਗ ਨੇ, ਉਹ ਦਾਗ ਦੁਖੀ ਕਰਦੇ। ਜਦੋਂ ਖਿਆਲ ਆ ਜਾਂਦਾ ਹੈ ਉਹਨਾਂ ਪਾਪਾਂ ਦਾ, ਕੁਕਰਮਾਂ ਦਾ, ਫਿਰ ਕੁਰਲਾ ਉੱਠਦਾ ਹੈ ਮਨੁੱਖ, ਇੰਨੇ ਵੱਡੇ ਪਾਪ ਹੋਏ, ਮਹਾਰਾਜ ਮੇਰੇ ਕੋਲੋਂ ਕਿਤਨਾ ਬਖਸ਼ਿਆ ਜਾਵਾਂਗਾ। ਕਿਉਂਕਿ ਗੁਰਮੁਖੋ ਪਵਿੱਤਰ ਸਭਾ ਵਾਲੇ, ਉਜਲ ਮੁਖ ਵਾਲੇ ਗੁਰਮੁਖਾਂ ਦੇ ਪਾਸ ਦਾਗੀ ਚਿਹਰੇ ਵਾਲਾ ਨਹੀਂ ਬੈਠ ਸਕਦਾ। ਜਿਨ੍ਹਾਂ ਦੇ ਸੋਹਣੇ ਚਮਕਦੇ ਜਲਾਲ ਚਿਹਰੇ ਹੋਣ, ਨੂਰੋ ਨੂਰ ਚਿਹਰੇ ਹੋਣ, ਉਹਨਾਂ ਵਿੱਚ ਜਿਹਦੇ ਮਨੁੱਖ ਦੇ ਚਿਹਰੇ ਤੇ ਦਾਗ ਲੱਗੇ ਹੋਏ ਨੇ, ਜ਼ਖਮ ਭਾਵੇਂ ਠੀਕ ਹੋ ਜਾਣ, ਉਹਨੂੰ ਉਹਨਾਂ ਦੇ ਚਿਹਰੇ ਵੇਖ ਕੇ ਝੋਰਾ ਆਵੇਗਾ ਕਿ ਮੇਰਾ ਚਿਹਰਾ ਦਾਗੀ ਹੈ। ਦਾਸਤਾਂ ਮਿਟਣੀਆਂ ਬੜੀਆਂ ਔਖੀਆਂ ਹੁੰਦੀਆਂ, ਪਰ ਸਤਿਗੁਰੂ ਸਾਹਿਬ ਜੀ ਚਾਹਣ, ਕਿਰਪਾ ਕਰਨ, ਇਹ ਸਭ ਬਖਸ਼ਾਂ ਕਰ ਮਿਹਰਾਂ ਕਰ ਦਿੰਦੇ ਆ। ਦਾਗ ਵੀ ਮਿਟਾਉਣ ਵਾਲੇ ਸਮਰੱਥ ਸਤਿਗੁਰੂ ਹਨ। ਆਪ ਬਖਸ਼ਾਂ ਕਰਨ, ਮਿਹਰਾਂ ਕਰਨ। ਆਪਾਂ ਨੂੰ ਸਤਸੰਗਤ ਬਖਸ਼ੀ ਸਤਿਗੁਰੂ ਜੀ ਨੇ ਆਪਣੀ। ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਵਿੱਚ ਸਾਡੇ ਪਾਸ ਨੇ ਸਤਿਗੁਰੂ ਜੀ, ਪਰ ਨਿਸ਼ਚਾ ਤੇ ਭਰੋਸਾ ਬਖਸ਼ਣ। ਸਾਧ ਸੰਗਤ ਜੀ, ਅੱਜ ਦੇ ਸਮੇਂ ਵਿੱਚ ਵੱਡੀ ਕਮੀ ਹੋ ਗਈ ਹੈ, ਸਤਸੰਗਤ ਨਹੀਂ ਕਰਦੇ ਆਪਾਂ। ਜਿਹੜਾ ਬੱਚਾ ਸਕੂਲੇ ਨਹੀਂ ਜਾਵੇਗਾ, ਸਾਧ ਸੰਗਤ ਜੀ, ਉਤੋਂ ਪੜ੍ਹਾਈ ਦੀ ਤੇ ਪਾਸ ਹੋਣ ਦੀ ਆਸ ਕੀ ਰੱਖਾਂਗੇ। ਜਿਹੜਾ ਬੱਚਾ ਸਕੂਲੇ ਨਹੀਂ ਜਾਂਦਾ, ਚੰਚਲ ਬਹੁਤ ਜ਼ਿਆਦਾ ਹੈ, ਗਲਤੀਆਂ ਵੱਲ ਭੱਜਦਾ ਹੈ, ਸਕੂਲੇ ਬਹਿ ਕੇ ਵੀ ਨਹੀਂ ਟਿਕਦਾ ਜਿਹੜਾ ਬੱਚਾ। ਜਿਹੜਾ ਸਕੂਲ ਵਿੱਚ ਬੈਠ ਕੇ ਵੀ ਧਿਆਨ ਨਾਲ ਪੜ੍ਹਦਾ ਨਹੀਂ ਬੱਚਾ, ਉਹ ਤੋਂ ਆਪਾਂ ਆਸ ਕਰ ਲਾਂਗੇ ਕਿ ਉਹ ਘਰ ਵਿੱਚ ਬਹਿ ਕੇ ਪੜ੍ਹਾਈ ਕਰ ਲੇਗਾ, ਪਾਸ ਹੋ ਜਾਏਗਾ। ਕਰ ਸਕਦੇ ਹਾਂ ਆਸ? ਆਪਾਂ ਨਹੀਂ ਨਾ ਕਰ ਸਕਦੇ। ਅੱਜ ਆਪਣੇ ਹਾਲਾਤ ਵੇਖੀਏ ਸਮਾਜ ਦੇ, ਅਸੀਂ ਸਿੱਖ ਸਾਰੇ ਅਖਵਾਉਂਦੇ ਆ। ਪਹਿਲੀ ਸ਼ਰਤ ਹੈ, ਪਿਤਾ ਸਤਿਗੁਰੂ ਜੀ ਦੇ 52 ਬਚਨ ਆਪ ਲਿਖ ਕੇ ਪੜ੍ਹ ਲਿਓ। ਇੱਥੇ ਵੀ ਲਿਖੇ ਹੋਣਗੇ। ਆਪਾਂ ਆਮ ਤੌਰ ਤੇ ਜਦੋਂ ਸਤਿਗੁਰੂ ਜੀ ਦੇ ਇੱਥੇ ਪਿਤਾ ਜੀ ਦੇ ਚਰਨ ਪਰਸਣ, ਉਹਨਾਂ ਦੇ ਹਜ਼ੂਰੀ ਦੀਦਾਰੀ, ਗੁਰਮੁਖ ਖਾਲਸਿਆਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੇ ਆ। ਇੰਨਾ ਕਿਰਾਇਆ ਖਰਚ ਕੇ ਗੁਰਮੁਖੋ, ਬਾਜ਼ਾਰ ਦੇ ਵਿੱਚੋਂ ਆਮ ਸਾਨੂੰ 52 ਮਹਾਰਾਜ ਜੀ ਦੇ ਹੁਕਮ ਬਚਨ ਮਿਲ ਜਾਂਦੇ ਆ। ਉਹਨਾਂ ਵਿੱਚ ਇੱਕ ਬਚਨ ਹੈ, ਗੁਰਸਿੱਖ ਨੇ ਕਥਾ ਕੀਰਤਨ ਸੁਣਨਾ ਜਾਂ ਕਰਨਾ ਜ਼ਰੂਰੀ ਰੋਜ਼। ਕਥਾ ਕੀਰਤਨ ਸੁਣਨਾ ਜਾਂ ਕਰਨਾ। ਕੀ ਆਪਾਂ ਜਿੰਨੇ ਇੱਥੇ ਬੈਠੇ ਆ ਰੋਜ਼ ਕਥਾ ਕੀਰਤਨ ਕਰਦੇ ਜਾਂ ਸੁਣਦੇ ਆ?
ਜੇ ਨਹੀਂ ਸੁਣਦੇ ਕਰਦੇ ਤੇ ਆਪਾਂ ਅਜੇ ਸਕੂਲੇ ਨਹੀਂ ਆਉਂਦੇ। ਪਿਤਾ ਸਤਿਗੁਰੂ ਸਾਹਿਬ ਜੀ ਦੇ ਵਡੇਰੇ ਪੜਦਾਦਾ ਸਤਿਗੁਰੂ ਜੀ, ਨਾਤੀ ਸਤਿਗੁਰੂ ਜੀ ਜਿਹੜੇ ਨੇ, ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਹੈ, ਸਤ ਸੰਗਤ ਸਤਿਗੁਰ ਚਟਸਾਲ ਹੈ। ਜਿਹੜੀ ਸਤ ਸੰਗਤ ਹੈ ਇਹ ਗੁਰੂ ਦਾ ਸਕੂਲ ਹੈ। ਚਟਸਾਲ ਕਹਿੰਦੇ ਸੀ ਪੁਰਾਤਨ ਸਮਿਆਂ 'ਚ, ਫਿਰ ਵਿਦਿਆਲਾ ਕਹਿਣ ਲੱਗ ਪਏ। ਸੰਸਕ੍ਰਿਤ ਅੱਖਰ ਵਿਦਿਆਲਾ, ਪਾਠਸ਼ਾਲਾ, ਕੁਛ ਵੀ ਕਹਿ ਲਈਏ ਆਪਾਂ। ਮੁਗਲਾਂ ਦਾ ਸਮਾਂ ਆਇਆ, ਮੁਸਲਮਾਨਾਂ ਦਾ ਰਾਜ ਆ ਗਿਆ, ਅਰਬੀ ਅੱਖਰ ਹਿੰਦੀ ਮਿਲ ਕੇ ਉਰਦੂ ਬਣ ਗਈ, ਉਹ ਮਦਰਸੇ ਕਹਿਣ ਲੱਗ ਪਏ। ਅੰਗਰੇਜ਼ਾਂ ਦਾ ਰਾਜ ਆ ਗਿਆ, ਸਕੂਲ, ਯੂਨੀਵਰਸਿਟੀ, ਅਕੈਡਮੀਆਂ ਕਹਿਣ ਲੱਗ ਪਏ। ਕੰਮ ਤਾਂ ਇੱਕੋ ਹੀ ਆ ਗੁਰਮੁਖੋ, ਬੱਚਿਆਂ ਦੀ ਪੜ੍ਹਾਈ ਦਾ। ਚਟਸਾਲ ਕਹਿ ਲਈਏ, ਵਿਦਿਆਲਾ ਕਹਿ ਲਈਏ, ਪਾਠਸ਼ਾਲਾ ਕਹਿ ਲਈਏ, ਮਦਰਸਾ ਕਹਿ ਲਈਏ, ਸਕੂਲ, ਯੂਨੀਵਰਸਿਟੀ, ਅਕੈਡਮੀ, ਜੋ ਮਰਜ਼ੀ ਨਾਮ ਰੱਖ ਲਈਏ, ਕੰਮ ਤਾਂ ਬੱਚਿਆਂ ਨੂੰ ਪੜ੍ਹਾਉਣ ਦਾ ਹੈ ਨਾ। ਤੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚਟਸਾਲ। ਸਤ ਸੰਗਤ ਜਿਹੜੀ ਹੈ ਚਟਸਾਲ ਹੈ। ਸਤ ਸੰਗਤ ਸਤਿਗੁਰ ਚਟਸਾਲ ਹੈ। ਜਿਹੜੀ ਸਤ ਸੰਗਤ ਹੈ ਸਤਿਗੁਰੂ ਦਾ ਸਕੂਲ ਹੈ। ਤੇ ਕਰਨਾ ਕੀ ਇੱਥੇ ਆ ਕੇ? ਮਾਰੇ ਕਹਿੰਦੇ ਜਿਤ ਹਰ ਗੁਣ ਸਿੱਖਾ। ਜਿੱਥੇ ਹਰੀ ਵਾਹਿਗੁਰੂ ਦੇ ਗੁਣ ਗਾਉਣੇ ਸਿੱਖਣੇ ਹੈ ਤੇ ਆਪਾਂ ਸੰਗਤ 'ਚ ਹੀ ਨਹੀਂ ਆਉਂਦੇ। ਪਹਿਲਾ ਕਦਮ, ਸਟੈਪ ਗੁਰਸਿੱਖ ਦਾ ਪਹਿਲਾ ਫਰਜ਼ ਜਿਹੜਾ ਹੈ, ਪਹਿਲਾ ਕਦਮ ਉਹ ਹੀ ਨਹੀਂ ਪੁੱਟਦੇ। ਖੰਡੇ ਬਾਟੇ ਦੀ ਪਹੁਲ ਨਹੀਂ ਛਕਦੇ। ਇਹਨੇ ਕਰੋੜਾਂ ਗੁਰਸਿੱਖ ਕਹੇ ਜਾਂਦੇ ਜਿਹੜੇ ਨਾਮ ਲਿਖਵਾਉਂਦੇ ਆਪਣਾ ਸਿੰਘ ਜਾਂ ਕੌਰ, ਫਿਰ ਕਾਗਜ਼ਾਂ ਵਿੱਚ ਆਪਣਾ ਧਰਮ ਲਿਖਾਉਂਦੇ ਸਿੱਖ। ਉਹਨਾਂ ਵਿੱਚੋਂ ਜੇ ਆਪਾਂ 50-60 ਲੱਖ ਅੰਮ੍ਰਿਤਧਾਰੀ ਗਿਣ ਵੀ ਲਈਏ ਤੇ ਗੁਰਮੁਖੋ ਜੇ ਗਿਣਤੀ ਕੱਢਾਂਗੇ ਨਾ, ਰੋਜ਼ ਆਪਣੇ ਜੀਵਨ, ਆਪਣੇ ਮਨ ਵੱਲ ਨੂੰ ਵੇਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਗੁਰਮੁਖੇ ਕਥਾ ਸੁਣਦੇ ਹੈ ਮੀਡੀਆ ਦੇ ਰਾਹੀਂ। ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਰੋਜ਼ ਅਸੀਂ ਕਥਾ ਕੀਰਤਨ ਸੁਣਦੇ। ਜੇ ਗਿਣਤੀ ਕੱਢਾਂਗੇ ਤਾਂ ਮੁਸ਼ਕਲ ਨਾਲ 1 ਜਾਂ 2 ਲੱਖ ਨਿਕਲਣਗੇ। ਜਿਹੜਾ ਬੱਚਾ ਸਕੂਲੇ ਜਾਂਦਾ ਹੈ ਫਿਰ ਉਹਨਾਂ ਦੀ ਗਿਣਤੀ ਹੁੰਦੀ ਹੈ ਕਿ ਇਮਤਿਹਾਨਾਂ ਤੋਂ ਬਾਅਦ ਪਾਸ ਹੁੰਦੇ ਆ ਕਿ ਫੇਲ ਹੁੰਦੇ ਆ। ਅੱਜ ਵੀ ਆਪਾਂ ਸਕੂਲਾਂ ਵਿੱਚ ਰੈਗੂਲਰ ਪੜ੍ਹਨ ਵਾਲੇ, ਟਿਊਸ਼ਨ ਪੜ੍ਹਾਉਂਦੇ ਆ, ਸਕੂਲੇ ਪੜ੍ਹਾਉਂਦੇ ਆ, ਫੀਸਾਂ ਦਿੰਦੇ ਆ ਤਰ੍ਹਾਂ ਤਰ੍ਹਾਂ ਦੀਆਂ। ਫਿਰ ਜਾ ਕੇ ਕਿਤੇ ਉਹਨਾਂ ਵਿੱਚੋਂ ਇੱਕ ਅੱਧਾ ਹੁੰਦਾ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਪੂਰੇ ਸੂਬੇ ਵਿੱਚੋਂ। ਇਸੇ ਤਰ੍ਹਾਂ ਇੱਕ ਅੱਧਾ ਬ੍ਰਹਮ ਗਿਆਨੀ ਗੁਰਮੁਖ ਪੂਰੀ ਦੁਨੀਆ ਵਿੱਚ। ਤੇ ਉਸ ਤੋਂ ਗਾਂ ਗੁਰਮੁਖੋ ਫਿਰ 3rd ਡਿਵੀਜ਼ਨ ਬਹੁਤੇ ਪਾਸ ਹੁੰਦੇ ਆ, ਨਹੀਂ ਤੇ ਬਹੁਤੇ ਵਿਚਾਰੇ ਗ੍ਰੇਸ ਨੰਬਰ ਸ਼ਾਇਦ ਉਹਨਾਂ ਨੂੰ ਕਹਿੰਦੇ ਹੈ, ਤਰਸ ਦੇ ਆਧਾਰ ਤੇ ਕਿ ਬੰਦੇ ਦਾ ਬੱਚੇ ਦਾ ਜੀਵਨ ਬੜਾ ਕਰੈਕਟਰ ਚੰਗਾ ਹੈ, ਸਕੂਲੇ ਆਉਂਦਾ ਵੀ ਹੈ, ਸ਼ਰਾਰਤਾਂ ਵੀ ਘੱਟ ਹੀ ਕਰਦਾ ਹੈ, ਪੜ੍ਹਾਈ ਵੱਲ ਖਿਆਲ ਵੀ ਦਿੰਦਾ ਹੈ, ਚਲੋ ਇਹਨੂੰ ਨਹੀਂ ਕੋਈ ਸਮਝ ਆਈ ਤੇ ਪਾਸ ਕਰ ਦਿਓ। ਚਲੋ ਜਿਹੜਾ ਫੇਲ ਹੋ ਰਿਹਾ ਨਾ ਬੱਚਾ ਬਿਲਕੁਲ ਘੱਟ ਨੰਬਰ ਦੇ ਉੱਤੇ, ਅੱਧੇ ਨੰਬਰ ਤੇ ਜਾਂ 1-2 ਨੰਬਰ ਤੇ, ਉਹਨੂੰ ਕਹਿੰਦੇ ਚਲੋ ਇਹਨੂੰ ਪਾਸ ਕਰ ਦਿਓ, ਹੈਗਾ ਮਿਹਨਤੀ ਹੈ। ਹੁਣ ਜਿਹੜਾ ਰੋਜ਼ ਸਤਸੰਗਤ ਵਿੱਚ ਆਉਂਦਾ ਹੋਵੇ, ਨਾਮ ਵੀ ਜਪਦਾ ਹੈ, ਸਰੀਰ ਕੱਟ ਕੇ ਘੱਟੋ ਘੱਟ ਰਹਿਤ ਰੱਖਦਾ ਹੈ, ਉਹਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਗ੍ਰੇਸ ਨੰਬਰ ਮਿਲ ਸਕਦਾ ਹੈ। ਚਲੋ ਮਨ ਬੁੱਧੀ ਨਹੀਂ ਕਾਬੂ ਆਉਂਦੇ, ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿਹੜੇ ਸਕੂਲ 'ਚ ਹੀ ਨਹੀਂ ਆਉਂਦੇ, ਸਤਸੰਗਤ 'ਚ ਹੀ ਨਹੀਂ ਆਉਂਦੇ, ਫਿਰ ਖੰਡੇ ਬਾਟੇ ਦੀ ਪਹੁਲ ਵੀ ਨਹੀਂ ਛਕਦੇ, ਕੁਛ ਨਹੀਂ ਕਰਦੇ। ਤੇ ਕਿੱਦਾਂ ਗਿਣਤੀ ਆਪਾਂ ਸਾਰੇ ਸਿੱਖਾਂ ਦੀ ਕਰਦੇ ਹਾਂ। ਸਿੱਖ ਇੱਧਰ ਚਲ ਗਿਆ ਜੀ, ਸਿੱਖ ਮੜੀਆਂ ਤੇ ਚਲ ਗਿਆ ਜੀ, ਸਿੱਖ ਦੇਹਧਾਰੀਆਂ ਕੋ ਚਲੇ ਗਿਆ, ਆਉਂਦਾ ਗੁਰਦੁਆਰੇ ਸਾਹਿਬ ਮੱਥਾ ਟੇਕਣ, ਕਦੀ ਕਦਾਈ ਮੱਸਿਆ ਸੰਗਰਾਂਦ। ਇਹ ਨਹੀਂ ਕਿ ਆਉਣਾ ਗੁਨਾਹ ਹੈ, ਆਉਣਾ ਚਾਹੀਦਾ ਹੈ, ਚਲੋ ਆਉਂਦਾ ਹੈ, ਪਰ ਜੀਵਨ ਨਹੀਂ ਸਵਾਰਨ ਦੀ ਕੋਈ ਇੱਛਾ। ਤੇ ਗੁਰਮੁਖੋ ਪਹਿਲਾਂ ਹੀ ਇਹ ਆਪਾਂ ਜਿੰਨੇ, ਮੈਂ ਇਹ ਬੇਨਤੀ ਕੀਤੀ ਨਾ ਆਪ ਜੀ ਨੂੰ ਵਿਸਥਾਰ ਨਾਲ, ਜਿੰਨੇ ਆਪਾਂ ਇੱਥੇ ਆਏ ਆ ਘੱਟੋ ਘੱਟ ਨੇਮ ਕਰਕੇ ਜਾਈਏ ਕਿ ਰੋਜ਼ ਕਥਾ ਕੀਰਤਨ ਸੁਣਨਾ ਜਾਂ ਕਰਨਾ ਹੈ। ਕਿਤੇ ਮਜਬੂਰੀ ਹੋਏਗੀ, ਗੁਰੂ ਸਾਹਿਬ ਵੀ ਜਾਣਦੇ, ਸਾਡੀ ਕੋਈ ਬਹੁਤੀ ਮਜਬੂਰੀ ਪੈ ਜਾਵੇ, ਪਿਤਾ ਜਿਵੇਂ ਜਾਣਦਾ ਹੈ ਕਿ ਬੱਚੇ ਨੂੰ ਆ ਤਕਲੀਫ ਹੈ, ਆ ਇਸ ਕਰਕੇ ਨਹੀਂ ਹੋਇਆ, ਇਸੇ ਤਰ੍ਹਾਂ ਪਿਤਾ ਸਤਿਗੁਰੂ ਜੀ ਜਾਣਦੇ ਹੈ, ਪਰ ਘੱਟੋ ਘੱਟ ਮਹਾਰਾਜ ਜੀ ਦੇ ਚਰਨ ਬੇਨਤੀ ਕਰਕੇ ਮੰਗ ਕੇ ਜਾਈਏ। ਗੁਰਮੁਖੋ ਆਪਾਂ ਨੂੰ ਇੱਥੇ ਵੱਡੇ ਭਾਗ ਹੈ, ਇਸ ਪਾਵਨ
ਅਸਥਾਨ ਤੇ ਸੱਚਖੰਡ ਦੀ ਹਾਜ਼ਰੀ ਮਿਲ ਰਹੀ ਪ੍ਰਤੱਖ, ਤੇ ਉਹ ਵੀ ਸੱਚਖੰਡ ਹੀ ਹੈ। ਜਿੱਥੇ ਵੀ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਸੱਚਖੰਡ ਹੈ, ਸਤਿਗੁਰ ਪੁਰਖ ਵਸੈ ਨਿਰੰਕਾਰਾ। ਇਹ ਜੋ ਆਪਾਂ ਸਤਿਗੁਰੂ ਸਾਹਿਬ ਜੀ ਦਾ ਦਰਬਾਰ ਦੇਖ ਰਹੇ ਹਨ, ਗੁਰਮੁਖ ਵਿਦਵਾਨ ਮਹਾਂਪੁਰਖ ਕਹਿੰਦੇ ਇਹ ਸਾਡੇ ਅੰਦਰ ਹੈ, ਇਹਨੂੰ ਅੰਦਰ ਪ੍ਰਗਟ ਕਰਨਾ ਹੈ। ਬ੍ਰਹਮ ਗਿਆਨੀ ਨਾਮ ਰਸੀਏ ਮਹਾਂਪੁਰਸ਼ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਇੱਕ ਸਿੰਘ ਬਾਰੇ ਦੱਸਦੇ ਸਨ। ਪਟਨਾ ਸਾਹਿਬ ਦੇ ਵਿੱਚ ਕਥਾ ਕਰਦਿਆਂ ਉਹਨਾਂ ਉਹਦੇ ਬਾਰੇ ਦੱਸਿਆ ਕਿ ਉਹਨੇ ਬਚਨ ਦੱਸਿਆ, ਕਹਿੰਦੇ ਪਹਿਲਾਂ ਮੈਨੂੰ ਇਹ ਸਤਿਗੁਰੂ ਸਾਹਿਬ ਜੀ ਦਾ ਦਰਬਾਰ ਸਰੀਰ ਵਿੱਚ ਪ੍ਰਗਟ ਹੋਣ ਲੱਗਾ, ਸੁਨਹਿਰੀ ਦਰਸ਼ਨ ਕਰਨੇ, ਫਿਰ ਹੌਲੀ 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 ਮੈਂ ਅੰਦਰ ਜਾਣ ਲੱਗ ਪਿਆ ਸੁਰਤੀ ਬਿਰਤੀ ਨਾਲ। ਕਹਿੰਦੇ ਫਿਰ ਇੱਕ ਐਸਾ ਦਿਨ ਆਇਆ ਕਿ ਅੰਦਰ ਸਿੰਘਾਸਨ ਲੱਗਾ ਹੋਇਆ, ਪਰ ਸਿੰਘਾਸਨ ਤੇ ਬੈਠੇ ਹੋਏ ਸਰੂਪ ਦੇ ਦਰਸ਼ਨ ਨਹੀਂ ਹੁੰਦੇ ਅਜੇ। ਤੇ ਕਹਿੰਦੇ ਹੁਣ ਕਿਰਪਾ ਹੋਣ ਲੱਗ ਪਈ ਹੈ, ਕਦੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਹੁੰਦੇ ਹੈ, ਕਦੀ ਧੰਨ ਗੁਰੂ ਨਾਨਕ ਦੇਵ ਜੀ ਬੈਠੇ ਹੁੰਦੇ। ਗੁਰਮੁਖੋ ਅਸੀਂ ਤਾਂ ਬਾਹਰਲੇ ਸੱਚਖੰਡ ਹੀ ਮਹਾਂ ਹੁੰਦੇ ਆ, ਸਾਧ ਸੰਗਤ ਰੂਪੀ ਸੱਚਖੰਡ ਚ ਆਉਣ ਨੂੰ ਚਾਹੁੰਦੇ ਹੀ ਨਹੀਂ। ਜੇ ਕੋਈ ਜਾਂਦਾ ਉਹਨੂੰ ਕਹਿੰਦੇ ਆਵੇ ਵਿਹਲੜ ਤੁਰਿਆ ਜਾਂਦਾ ਰੋਜ਼। ਸਤਿਗੁਰੂ ਸਾਹਿਬ ਜੀ ਦੇ ਭੰਡਾਰੇ ਭਰੇ ਨੇ ਪਿਆਰਿਓ, ਭਰੇ ਭੰਡਾਰ ਦਾਤਾਰ ਹੈ। ਪਿਤਾ ਸਤਿਗੁਰੂ ਜੀ ਦੇ ਖਜ਼ਾਨੇ ਭਰੇ ਨੇ, ਭਾਈ ਗੁਰਦਾਸ ਜੀ ਕਹਿੰਦੇ। ਪਰ ਕਹਿੰਦੇ ਸਾਧ ਸੰਗਤ ਦਾ ਦੇ ਦਿਵਾਇਆ ਗੁਰਮੁਖਾਂ ਨੇ ਦੇਣਾ ਹੈ, ਸੰਗਤ ਨੇ ਦੇਣਾ ਹੈ। ਸੰਗਤ ਵਿੱਚ ਆਓ, ਜੋ ਮਰਜ਼ੀ ਮੰਗ ਲਓ, ਰੋਜ਼ ਨੇਮ ਦੇ ਨਾਲ ਸੰਗਤ ਕਰਕੇ ਦੇਖੋ, ਜੋ ਮੰਗੋਗੇ ਮਿਲੇਗਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਾਂ ਹੁੰਦੀਆਂ। ਸੋ ਸਾਧ ਸੰਗਤ ਜੀ ਅੱਜ ਇਹੋ ਹੀ ਵਡਿਆਈ ਸਤਿਗੁਰੂ ਜੀ ਆਪਣੇ ਪਿਆਰਿਆਂ ਦੀ ਮਿਹਰਾਂ ਕਰ ਰਹੇ ਨੇ। ਸੋ ਸਤਿਗੁਰੂ ਸਾਹਿਬ ਜੀ ਆਪਣੀ ਮਹਿਮਾ ਵਡਿਆਈ ਆਪ ਕਰਾ ਲੈਣ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਰੂਪ ਆਪ ਜੀ ਹੋ, ਬੇਸਹਾਰਿਆਂ ਦੇ ਸਹਾਰੇ ਹੋ। ਆਪ ਜੀ ਸਦਾ ਸਦਾ ਵਾਸਤੇ ਸੱਚ ਸਰੂਪ ਅੱਜ ਵੀ ਸੁਭਾਇਮਾਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਆ ਬਾਹਰਲਾ ਸਰੂਪ ਆਪ ਜੀ ਦਾ ਸਰੀਰ ਦਰਸ਼ਨ ਦੇ ਰਿਹਾ ਹੈ, ਕਿਰਪਾ ਕਰੋ ਨਿਰਗੁਣ ਸਰੂਪ ਜੋਤ ਸਰੂਪ ਵੀ ਦਰਸ਼ਨ ਬਖਸ਼ੋ। ਜਿਸ ਤਰ੍ਹਾਂ ਪਿਤਾ ਸਤਿਗੁਰੂ ਜੀ ਸਨ, ਬਹੁਤਿਆਂ ਨੇ ਸਰੀਰ ਹੀ ਸਮਝਿਆ, ਚੇਤੋ ਵਰਗਿਆਂ ਨੇ ਧਮਕੀਆਂ ਤੱਕ ਸਾਧ ਸੰਗਤ ਜੀ ਦੇ ਦਿੱਤੀਆਂ ਸੀ। ਉਦੋਂ ਆਪਾਂ ਕਈ ਵਾਰ ਘਬਰਾ ਜਾਂਦੇ ਨਾ, ਕਿ ਜਿਹੜੇ ਬੁੱਧੀ ਭ੍ਰਿਸ਼ਟ ਹੋਵੇ ਜਾਂ ਕੋਈ ਕਹਿ ਲਈਏ, ਮੈਂ ਤੇ ਇਹ ਸਮਝਦਾ ਹੁੰਦਾ ਕਿ ਜਿਹੜੇ ਮਹਾਰਾਜ ਕੋ ਮਾਇਆ ਮੰਗਦੇ ਆ ਬਹੁਤੀ, ਕਿ ਮਹਾਰਾਜ ਆਪਾਂ ਨੂੰ ਭਾਵੇਂ ਆਪਣੀ ਗੋਲਕ ਦੇ ਦਿਓ, ਸਾਨੂੰ ਨਹੀਂ ਕੋਈ ਫਰਕ ਹੈਗਾ, ਬਾਹਰੋਂ ਬਰਕਤ ਨਹੀਂ ਪਾਉਣੀ, ਗੋਲਕ ਹੀ ਦੇ ਦਿਓ। ਮਹਾਰਾਜ ਕਹਿੰਦੇ ਚੱਲ ਚੁੱਕ ਕੇ ਲੈ ਜਾ, ਗੋਲਕ ਹੀ ਲੈ ਜਾ ਤੂੰ। ਕਈ ਜਿਹੜੇ ਮੰਗਦੇ ਕਿ ਮਹਾਰਾਜ ਮੇਰੇ ਕਾਰੋਬਾਰਾਂ 'ਚ ਬਰਕਤ ਪਾ ਦੇ, ਮਹਾਰਾਜ ਕਹਿੰਦੇ ਠੀਕ ਹੈ, ਕਾਰੋਬਾਰਾਂ 'ਚ ਬਰਕਤਾਂ ਪਾ ਦਿੰਦੇ। ਆਪਾਂ ਸਮਝ ਘਬਰਾ ਜਾਂਦੇ ਕਿ ਆਹ ਹੋ ਗਿਆ, ਉਹ ਹੋ ਗਿਆ। ਗੁਰਮੁਖੋ ਬੁਰਾਈ ਦੀ ਬਹੁਤੀ ਚਰਚਾ ਹੁੰਦੀ ਹੈ, ਕਿਉਂਕਿ ਸਾਡੇ ਕੰਨ ਬੁਰਾਈ ਨਿੰਦਾ ਸੁਣਨ ਨੂੰ ਬਹੁਤ ਤਤਪਰ ਰਹਿੰਦੇ ਹੈ। ਆਪਣੀ ਵਡਿਆਈ ਤੇ ਦੂਜੇ ਦੀ ਬੁਰਾਈ, ਦੂਸਰੇ ਦੇ ਅਵਗਣ ਸੁਣ ਲਈ ਸਾਡੇ ਮਨ ਬੁੱਧੀ ਬਹੁਤ ਤਤਪਰ ਰਹਿੰਦੇ ਆ। ਕੰਨਾਂ ਇਸ ਵਾਸਤੇ ਕੰਨਾਂ ਰਾਹੀਂ ਸੁਣਦੇ ਆ। ਟੀਵੀ ਅਖਬਾਰਾਂ ਵਿੱਚ ਬੁਰਾਈਆਂ ਹੀ ਆਉਂਦੀਆਂ, ਕਿਤੇ 1% ਹੀ ਹੁੰਦੀ ਹੈ, ਕਿਤੇ ਕੋਈ ਇਹੋ ਜਿਹੀ ਗੱਲ। ਉਹ ਸਿਆਣੇ ਆਂਦੇ ਹੁੰਦੇ ਜਿਵੇਂ ਇੱਕ ਮੱਛੀ ਪੂਰੇ ਸਰੋਵਰ ਨੂੰ ਖਰਾਬ ਕਰ ਦਿੰਦੀ ਮਰ ਕੇ, ਜਾਂ ਪੰਜਾਬੀ ਦੀ ਕਹਾਵਤ ਹੈ ਕਿ ਇੱਕ ਮੱਝ ਲਿਬੜ ਜੇ ਸਾਰਿਆਂ ਨੂੰ ਲਪੇਟ ਦਿੰਦੀ। ਉਹ ਕੋਈ ਇੱਕ ਅੱਧਾ ਗਲਤ ਹੁੰਦਾ ਹੈ, ਸਾਰੇ ਗੁਰੂ ਘਰ ਦੇ ਸੇਵਾਦਾਰਾਂ ਦੂਜਿਆਂ ਤੀਜਿਆਂ ਨੂੰ ਮਾੜਾ ਕਹਿਣ ਲੱਗ ਪੈਂਦੇ। ਐਸਾ ਨਹੀਂ ਹੈ। ਸਤਿਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਰਹਿਮਤਾਂ ਕਿਰਪਾ ਵਾਲੇ ਬੇਅੰਤ ਹੈ ਗੁਰਮੁਖੋ। ਘਬਰਾਉਣ ਦੀ ਨਹੀਂ ਲੋੜ, ਬੜੀ ਚੜ੍ਹਦੀ ਕਲਾ ਵਾਲੇ ਹੈ। ਉਦੋਂ ਵੀ ਜਿਹੜੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਹੋਏ ਸੇਵਾਦਾਰ ਮੁਖੀ ਵਿਗੜ ਗਏ ਸੀ ਨਾ, ਤੇ ਮਹਾਰਾਜ ਜੀ ਨੇ ਚੇਤੋ ਨੂੰ ਜਦੋਂ ਕਿਹਾ ਕਿ ਭਾਈ ਆ ਗਰੀਬ ਸਿੱਖ ਆਇਆ ਹੈ ਤੇ ਇਹਨੇ ਜਿਹੜਾ ਤੈਨੂੰ ਕੰਗਨ ਸੋਨੇ ਦਾ ਮੜਿਆ ਦਿੱਤਾ ਸੀ ਹੀਰੇ ਨਾਲ ਜੜਤ ਗੁਰੂ ਦਰਬਾਰ 'ਚ ਭੇਟਾ ਕਰਨ ਲਈ, ਉਹ ਸਾਨੂੰ ਵਿਖਾ ਦੇ। ਜੇ ਤੂੰ ਘਰ ਵੀ ਰੱਖ ਲਿਆ ਹੈ ਸਾਨੂੰ ਵਿਖਾ ਦੇ, ਅਸੀਂ ਤੈਨੂੰ ਦੇ ਦਾਂਗੇ, ਲੈ ਜਾਈਂ। ਤੇ ਚੇਤੋ ਮੁਕਰ ਗਿਆ। ਸਾਹਿਬ ਕਹਿੰਦਾ ਇੱਕ ਗਰੀਬ ਕੰਗਲੇ ਸਿੱਖ ਗੁਰੂ ਮਾਰੇ ਦੇ ਆਖੇ ਲੱਗ ਕੇ ਤੁਸੀਂ ਮੇਰੀ ਬੇਇੱਜ਼ਤੀ ਕਰਦੇ, ਜੋ ਮੈਂ ਵੱਡਾ ਮੁਖੀ ਸਿੱਖ ਹਾਂ, ਜਥੇਦਾਰ ਮਸੰਦ ਨਾਮ ਮੁਖੀ ਦਾ ਹੁੰਦਾ। ਮਸਦ ਨਾਮ ਹੁੰਦਾ ਗੱਦੀ। ਜਿਹੜਾ ਇਲਾਕੇ ਦਾ ਰਾਜਾ ਹੁੰਦਾ ਸੀ ਉਹਨੂੰ ਅਰਬੀ 'ਚ ਮਸਨਦ ਕਿਹਾ ਜਾਂਦਾ ਹੈ। ਗੱਦੀ ਦਾ ਮਾਲਕ ਮੁਖੀ, ਇਲਾਕੇ ਦੇ ਸਿੱਖ ਜਿਹੜੇ ਪ੍ਰਚਾਰਕ। ਤੇ ਉਹ ਮੁੱਕਰ ਹੀ ਗਿਆ। ਮਾਰੇ ਕਹਿੰਦੇ ਭਾਈ ਸਾਡੇ ਗੁਰਸਿੱਖ ਨੂੰ ਕੰਗਲਾ ਗੁਰੂ ਮਾਰਾ ਨਾ ਕਹਿ, ਇਹ ਤੇ ਗੁਰੂ ਦੀਆਂ ਬੜੀਆਂ ਬਖਸ਼ਾਂ, ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ।
ਤੇ ਫਿਰ ਚੇਤੋ ਦੇ ਇੰਨੀ ਜ਼ਿਆਦਾ ਮਤ ਭ੍ਰਸ਼ਟ ਹੋਈ ਸੀ, ਉਹ ਕਹਿੰਦਾ ਤੁਹਾਨੂੰ ਪਤਾ ਨਹੀਂ ਸਾਡੀ ਤਾਕਤ ਦਾ, ਅਸੀਂ ਸਾਰੇ ਰਲ ਕੇ ਨਾ ਗੁਰੂ ਬਣਾ ਸਕਦੇ ਹਾਂ, ਤੁਸੀਂ ਅਜੇ ਬੱਚੇ ਜੇ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਚੇਤੋ ਤੈਨੂੰ ਅਸੀਂ ਸਮਝਾਉਂਦੇ ਆ, ਸਾਨੂੰ ਪਤਾ ਕਿ ਨਹੀਂ ਪਤਾ, ਸਾਨੂੰ ਪਤਾ ਹੈ ਸਭ ਕੁਝ। ਤੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਸਜ਼ਾ ਦਿੱਤੀ ਆ ਫਿਰ। ਪਰ ਗਰੀਬਾਂ ਨੂੰ ਨਿਵਾਜਣ ਵਾਲੇ ਵੀ ਸਤਿਗੁਰੂ ਜੀ ਨੇ, ਉਸ ਗੁਰਸਿੱਖ ਨੂੰ ਨਿਵਾਜਿਆ ਜਿਹੜਾ ਗਰੀਬ ਸੀ। ਸਤਿਗੁਰੂ ਜੀ ਮਿਹਰ ਕਰਨ ਵਾਲੇ ਆ, ਅੱਜ ਵੀ ਕਿਰਪਾ ਹੋਈ ਕਰਦੇ ਆ, ਉਹੀ ਔਗਣਾਂ ਤੋਂ ਬਚਾ ਸਕਦੇ ਨੇ, ਉਹਨਾਂ ਦਾ ਹੀ ਓਟ ਆਸਰਾ ਲਈਏ। ਅੱਜ ਵੀ ਬੇਅੰਤ ਗੁਰਮੁਖ ਗੁਰਸਿੱਖ ਨੇ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨ ਦਾ ਲਾਭ ਕੀ ਹੈ? ਸਾਧ ਸੰਗਤ ਕਰਨ ਦਾ ਲਾਭ ਕੀ ਹੈ? ਗੁਰਸਿੱਖਾਂ ਦੀ ਸੇਵਾ ਕਰਨ ਦਾ ਲਾਭ ਕੀ ਹੈ? ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ ਜੀ ਸਾਰੇ ਹੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਾਹਿਬਾਂ ਦੇ ਪਾਵਨ ਬਚਨਾਂ ਨੂੰ ਸਰਵਣ ਕਰੀਏ। ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 52 ਅੱਖਰੀ ਦੁਆਰਾ ਕਿਰਪਾ ਕਰਦੇ ਹਨ। ਸ਼ਲੋਕ ਦੇ ਵਿੱਚ 27ਵਾਂ ਸ਼ਲੋਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਆਪਾਂ ਅਨਵੈ ਕਰਕੇ ਅਰਥ ਜੇ ਸਾਧ ਸੰਗਤ ਜੀ ਕਰਾਂਗੇ ਫਿਰ ਸਾਨੂੰ ਸੌਖੇ ਸਮਝ ਆ ਜਾਣਗੇ। ਸਾਧ ਸੇਵ ਸੁਖ ਉਪਾਏ, ਸਾਧ ਸੰਗਤ ਦੀ ਸੇਵਾ ਕਰ। ਜਿਨ੍ਹਾਂ ਗੁਰਮੁਖਾਂ ਨੇ ਆਪਣਾ ਆਪ ਸਾਧਿਆ, ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਵਿੱਚ ਹੀ ਕਿਰਪਾ ਕਰਦੇ ਨੇ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਨ੍ਹਾਂ ਦੇ ਨਿਰਮਲ ਪਵਿੱਤਰ ਕਰਮ ਨੇ, ਜਿਨ੍ਹਾਂ ਦੀ ਨਿਰਮਲ ਰੀਤ ਹੈ। ਜੈਸਰੀ ਰਾਗ ਦੇ ਵਿੱਚ ਕਿਰਪਾ ਕੀਤੀ ਹੈ ਧੰਨ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਕੋਈ ਜਾਣੈ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ। ਤਾਕੀ ਨਿਰਮਲ ਰੀਤ, ਜਿਨ੍ਹਾਂ ਦੀ ਨਿਰਮਲ ਰੀਤੀ, ਜਿਨ੍ਹਾਂ ਤੇ ਵਾਹਿਗੁਰੂ ਪਰਮਾਤਮਾ ਕਿਰਪਾਲੂ ਦਿਆਲੂ ਹੋ ਜਾਂਦਾ, ਜਿਨ੍ਹਾਂ ਦੇ ਹਿਰਦੇ ਵਿੱਚ ਆਪ ਬੈਠੇ ਹੋਏ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਜਿਨ੍ਹਾਂ ਨੂੰ ਦੀਦਾਰ ਬਖਸ਼ ਕੇ ਨਿਵਾਜਦੇ ਨੇ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿ ਨਿਪੇਵ। ਮਾਰੇ ਕਹਿੰਦੇ ਰੱਤੀ ਵੀ ਸਾਡੇ ਵਿੱਚ, ਉਹਦੇ ਵਿੱਚ ਪਰਮਾਤਮਾ 'ਚ ਫਰਕ ਹੀ ਨਹੀਂ ਹੈਗਾ। ਜਿਹੜੇ ਐਸੇ ਪਿਆਰੇ ਨੇ ਸਾਧ ਸੇਵ, ਜਿਹੜੇ ਐਸੇ ਸਾਧੂਆਂ ਦੀ, ਐਸੇ ਗੁਰਮੁਖਾਂ ਦੀ, ਜਾਂ ਸਤਿਗੁਰੂ ਜੀ ਦੇ ਗੁਰਸਿੱਖ ਜਿਹੜੇ ਆਪਣੇ ਆਪ ਨੂੰ ਸਾਧਨਾ ਚਾਹੁੰਦੇ। ਸੰਗਤ ਵਿੱਚ ਉਹੀ ਆਉਂਦਾ ਹੈ, ਸਵੇਰੇ ਉੱਠ ਕੇ ਨਿਤਨੇਮ ਉਹ ਕਰਦਾ। ਸੰਗਤ ਰੋਜ਼ ਕਥਾ ਕੀਰਤਨ ਭੈ ਭਾਵਨੀ ਨਾਲ ਉਹੀ ਸੁਣਦਾ ਜਿਹੜਾ ਆਪਣਾ ਆਪ ਸੁਧਾਰ ਕਰਨਾ ਚਾਹੁੰਦਾ। ਤੇ ਮਹਾਰਾਜ ਕਹਿੰਦੇ ਜਿਹੜੇ ਸੇਵਾ ਕਰਦੇ ਉਹਨਾਂ ਵਿੱਚ ਬਹਿ ਕੇ ਸਿਮਰਨ ਕਰਦੇ ਆ ਨਾ, ਸੁੱਖ ਪਾਏ, ਉਹ ਆਤਮਿਕ ਸੁੱਖ ਪਾਉਂਦੇ। ਖੱਖੇ ਨੂੰ ਔਂਕੜ ਦੇ ਨਾਲ ਹੈ, ਦੁਨਿਆਵੀ ਸੁੱਖ ਤਾਂ ਮਿਲਦੇ ਹੀ ਮਿਲਦੇ, ਆਤਮਿਕ ਸੁੱਖ ਵੀ ਮਿਲਦੇ। ਤੇ ਫਿਰ ਆਤਮਿਕ ਸੁੱਖ ਕਿਵੇਂ ਮਿਲਦੇ ਮਹਾਰਾਜ ਜੀ? ਤੇ ਫਿਰ ਪਹਿਲੀ ਅੱਧੀ ਪੰਕਤੀ ਜਿਹੜੀ ਆ, ਟੁੱਟੇ ਬੰਧਨ ਜਨਮ ਮਰਨ। ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਬੰਧਨ ਹੈ, ਹੰਗਤਾ ਤੇ ਮਮਤਾ, ਇਹ ਟੁੱਟ ਜਾਂਦੇ। ਇਹ ਟੁੱਟਣ ਕਰਕੇ ਹੀ ਸੁੱਖ ਮਿਲਦਾ। ਜਨਮ ਕਰਕੇ ਹੀ ਸਾਨੂੰ ਦੁੱਖ ਹੈ। ਜਨਮ ਹੋਇਆ ਹੈ ਸਰੀਰ ਦਾ, ਇਹਨੂੰ ਭੁੱਖ ਵੀ ਲੱਗੇਗੀ, ਇਹਨੂੰ ਤੇਹ ਵੀ ਲੱਗੇਗੀ, ਤੇ ਚੀਜ਼ਾਂ ਮਿਲਣ ਤੇ ਖੁਸ਼ ਵੀ ਹੁੰਦਾ ਹੈ, ਜਾਣ ਤੇ ਦੁਖੀ ਵੀ ਹੁੰਦਾ ਹੈ, ਰੋਗ ਵੀ ਲੱਗਦੇ ਆ। ਸਤਿਗੁਰੂ ਸਾਹਿਬ ਕਿਰਪਾ ਕਰਕੇ ਬਚਾਉਂਦੇ। ਰੋਗ ਜਾਏ ਹਰ ਔਖਦ ਲਾਏ। ਜਦੋਂ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਆ, ਉਹਨਾਂ ਦੇ ਪਿਆਰਿਆਂ ਦੇ ਪਾਸ ਤਰਲੇ ਲੈਂਦੇ ਆ, ਕਿਰਪਾ ਕਰੋ ਰੋਗ ਤੋਂ ਬਚਾ ਲਓ। ਉਹ ਕਹਿੰਦੇ ਭਾਈ ਬਾਣੀ ਪੜ੍ਹ, ਕਿਉਂਕਿ ਪਾਪਾਂ ਕਰਕੇ ਰੋਗ ਲੱਗਦੇ ਆ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿੰਨੇ ਰੋਗ ਲੱਗਦੇ ਪਾਪਾਂ ਦਾ ਕਾਰਨ ਹੈ। ਕੁਝ ਸਾਧ ਸੰਗਤ ਜੀ ਰੋਗ ਜਿਹੜੇ ਉਹ ਭੋਗ ਰੋਗ ਹੁੰਦੇ ਆ, ਕੁਝ ਕਰਮ ਰੋਗ ਹੁੰਦੇ ਆ। ਜੇ ਬਚਨ ਆ ਗਿਆ ਮੈਂ ਬੇਨਤੀ ਕਰ ਦਵਾਂ, ਭੋਗ ਰੋਗ ਕਿਸ ਤਰ੍ਹਾਂ ਹੈ?
ਹੁਣ ਸਵੇਰੇ ਸਵੇਰ ਆਮ ਤੌਰ ਦੇ ਉੱਤੇ ਆਪਣੇ ਪਿੰਡਾਂ ਦੇ ਵਿੱਚ ਜਾਂ ਆਮ ਸ਼ਹਿਰਾਂ ਦੇ ਵਿੱਚ ਵੀ ਜ਼ਿਆਦਾਤਰ ਉਹਨਾਂ ਨੇ ਪਰੌਂਠੇ ਬਣਾਉਣ ਨੇ ਦਹੀਂ ਨਾਲ ਖਾਣੇ ਆ। ਫਿਰ ਦਹੀਂ ਨਾਲ ਪਰੌਂਠਾ ਖਾ ਕੇ ਤੇ ਉੱਤੋਂ ਗਰਮ ਗਰਮ ਸੜਦੀ ਬਲਦੀ ਚਾਹ ਪੀਣੀ ਹੈ। ਹੁਣ ਚਾਹ ਦਾ ਤੇ ਦਹੀਂ ਦਾ ਕੀ ਮੇਲ ਹੈ? ਇਹ ਸਾਡਾ ਪੇਟ ਜਿਹੜਾ ਹੈ ਨਾ, ਇਹ ਇੱਕ ਫੈਕਟਰੀ ਹੈ, ਇੱਕ ਸਪਲਾਈ ਵਾਲੀ ਇਹੋ ਜੀ ਚੀਜ਼ ਹੈ ਜਿਹੜੀ ਸਾਰੇ ਹੀ ਸਰੀਰ ਨੂੰ ਸਪਲਾਈ ਕਰਦੀ। ਪੇਟ ਦੇ ਵਿੱਚ, ਜਿਗਰ ਦੇ ਵਿੱਚ ਕੋਈ ਚੀਜ਼ ਜਾਂਦੀ, ਉੱਥੇ ਹਜਮ ਹੁੰਦੀ ਹੈ, ਉਹ ਰਸ ਬਣਦੀ ਹੈ, ਰਸ ਤੋਂ ਗਾਂ ਖੂਨ ਬਣਦਾ, ਖੂਨ ਤੋਂ ਗਾਂ ਮਿੱਝ ਬਣਦੀ ਹੈ, ਸਾਰਾ ਕੁਝ ਇੱਥੋਂ ਹੀ ਜਾਂਦਾ ਹੈ ਨਾ। ਇਹ ਜਿਗਰ ਲੀਵਰ ਸਾਡਾ ਇੱਕ ਹੈ, ਫੈਕਟਰੀ ਦੀ ਨਹੀਂ ਹੈ। ਇਹ ਕੂੜਾ ਕਚਰਾ ਕੋਈ ਥੋੜੀ ਜਿਹੀ ਬਚੀ ਖੁਚੀ ਚੀਜ਼ ਜਿਸ ਤਰ੍ਹਾਂ ਆਪਾਂ ਸੁੱਟ ਦਿੰਦੇ, ਉਹ ਡੱਬਿਆਂ ਚੋਂ ਫਿਰ ਕਿੰਨੀ ਬਦਬੂ ਆਉਂਦੀ ਹੈ। ਆਪ ਜੀ ਕਦੀ ਚਾਹ ਪਾ ਕੇ ਨਾ ਕੱਪ ਵਿੱਚ, ਸਾਧ ਸੰਗਤ ਜੀ, ਉਹਦੇ ਵਿੱਚ ਦਹੀਂ ਪਾ ਕੇ ਚਮਚੇ ਨਾਲ ਘੁਮਾ ਕੇ ਵੇਖਿਓ ਬਣਦਾ ਕੀ ਹੈ। ਘੋਲ ਕੇ ਉਹਦੇ ਵਿੱਚ ਐਸਿਡ ਬਣੇਗਾ, ਇੱਕ ਨੰਬਰ ਦਾ ਤੇਜ਼ਾਬ। ਉਹੀ ਤੇਜ਼ਾਬ ਸਾਡੇ ਗੋਡੇ ਗਿੱਟੇ ਖਰਾਬ ਕਰਦਾ ਹੈ। ਤਾਈਓ ਸਿਆਣੇ ਆਂਦੇ ਹੁੰਦੇ ਦਵਾਈ ਨਾਲੋਂ ਪਰਹੇਜ਼ ਜ਼ਰੂਰੀ ਹੈ। ਸਾਡਾ ਖਾਣਾ ਪੀਣਾ ਬਹੁਤ ਵਿਗੜਿਆ ਹੋਇਆ, ਇਸ ਕਰਕੇ ਕੁਝ ਭੋਗ ਰੋਗ ਲੱਗਦੇ, ਕੁਝ ਹੁੰਦੇ ਕਰਮ ਰੋਗ। ਜਿਵੇਂ ਸਰੀਰ ਦਾ ਅੰਗ ਬਿਲਕੁਲ ਹੀ ਸੁੱਕ ਜਾਂਦਾ ਹੈ, ਕੈਂਸਰ ਇਤਿਆਦਿਕ, ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੈਗਾ। ਇਹੋ ਜਿਹੇ ਜਿਹੜੇ ਬਹੁਤ ਸਾਰੇ ਰੋਗ ਜਿਹੜੇ ਕਰਮਾਂ ਕਰਕੇ ਵੀ ਲੱਗਦੇ। ਕਰਮ ਭਾਵੇਂ ਇਸ ਜਨਮ ਦਾ ਹੋਵੇ, ਭਾਵੇਂ ਪਿਛਲਿਆਂ ਦਾ ਹੋਵੇ, ਪਾਪ ਕਰਮ ਕਰਕੇ, ਕੁਛ ਦੂਸਰੇ ਭੋਗ ਕਰਮ ਕਰਕੇ। ਆ ਜਿਹੜੇ ਖਾਣ ਪੀਣ ਦਾ ਪਰਹੇਜ਼ ਨਹੀਂ ਕਰਦੇ ਹੈਗਾ, ਤੇ ਇਹ ਵੀ ਕਰਮ ਕੰਮ ਹੀ ਹੈ। ਇਹਨਾਂ ਦੋਵਾਂ ਕਰਕੇ ਰੋਗ ਲੱਗਦੇ ਆ। ਤੇ ਜਿਹੜੇ ਆ ਭੋਗ ਰੋਗ ਲੱਗੇ ਹੁੰਦੇ ਆ ਬਦ ਪਰਹੇਜ਼ੀ ਕਰਕੇ, ਗਲਤ ਚੀਜ਼ਾਂ ਖਾਣ ਕਰਕੇ। ਬੀਬੀਆਂ ਵੀ ਅੱਜ ਕੱਲ ਦੂਜੀਆਂ ਹੀ ਪੜ੍ਹਾਈਆਂ ਕਰਦੀਆਂ, ਇਹਨਾਂ ਕੋਲ ਹੈ ਹੀ ਨਹੀਂ। ਜਿਵੇਂ ਸਤਿਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, 32 ਸੁਲੱਖਣੀ ਸਤ ਸੰਤ ਪੂਤ, 32 ਗੁਣਾਂ ਦੇ ਵਿੱਚ ਡਾਕਟਰੀ ਦਾ ਗੁਣ ਵੀ ਆਉਂਦਾ ਹੈ। ਮੈਂ ਪਰਿਵਾਰ ਨੂੰ ਕਿਹੜੀ ਚੀਜ਼ ਬਣਾ ਕੇ ਦੇਵਾਂ ਜਿਹਦੇ ਕਰਕੇ ਉਹਨਾਂ ਦੀ ਤੰਦਰੁਸਤੀ ਵਧੇ, ਇਸ ਗੱਲ ਦਾ ਬੀਬੀਆਂ ਨੂੰ ਗਿਆਨ ਹੋਣਾ ਚਾਹੀਦਾ। ਅੱਜ ਕੱਲ ਗਿਆਨ ਨਹੀਂ ਰਿਹਾ, ਪੜ੍ਹਾਈਆਂ ਵੀ ਉਹੋ ਜਿਹੀਆਂ, ਤੇ ਉਹ ਫਿਰ ਬੀਬੀਆਂ ਵੀ ਉਹੋ ਜਿਹਾ ਸਭ ਕੁਝ ਇਕੱਠਾ ਬਣਾ ਕੇ ਦੇ ਦਿੰਦੀਆਂ। ਉਹ ਉਹਨਾਂ ਦੀ ਇਹੋ ਕੋਸ਼ਿਸ਼ ਹੁੰਦੀ ਹੈ ਵਧੀਆ ਸਵਾਦੀ ਲੱਗੇ ਹਰ ਇੱਕ ਨੂੰ, ਕਹਿਣ ਕਿ ਬਹੁਤ ਜ਼ਿਆਦਾ ਸਵਾਦ ਹੈ, ਸਿਹਤ ਤੇ ਭਾਵੇਂ ਮਾੜਾ ਅਸਰ ਪੈ ਜਾਏ। ਜਿਹੜੇ ਭੋਗ ਕਰਕੇ ਰੋਗ ਲੱਗੇ ਹੈ ਨਾ ਸਾਧ ਸੰਗਤ ਜੀ, ਖਾਣ ਪੀਣ ਕਰਕੇ ਰੋਗ ਲੱਗੇ, ਇਹ ਡਾਕਟਰੀ ਦਵਾਈਆਂ ਨਾਲ ਠੀਕ ਹੋ ਜਾਣਗੇ। ਜਿਹੜੇ ਕਰਮ ਰੋਗ ਹੈ, ਪਾਪਾਂ ਕਰਕੇ ਰੋਗ ਲੱਗੇ ਹੈ, ਕਿਸੇ ਨੂੰ ਦੁਖੀ ਕਰਨ ਕਰਕੇ, ਮਾਰਨ ਕਰਕੇ, ਜਾਂ ਕੋਈ ਬਹੁਤ ਗਲਤ ਕੰਮ ਕਰਕੇ ਜਿਹੜੇ ਰੋਗ ਲੱਗ ਗਏ ਆ, ਪਾਪ ਜਿਹੜਾ ਕਰਮ ਜਿਹਨੂੰ ਗਿਣਿਆ, ਤੇ ਉਹ ਰੋਗ ਦਵਾਈਆਂ ਨਾਲ ਠੀਕ ਨਹੀਂ ਹੁੰਦੇ, ਉਹ ਬਾਣੀ ਦੇ ਨਾਲ ਠੀਕ ਹੋ ਜਾਂਦੇ, ਸਤਿਗੁਰੂ ਦੀ ਕਿਰਪਾ ਨਾਲ ਠੀਕ ਹੋ ਜਾਂਦੇ, ਵੱਡੇ ਵੱਡੇ ਰੋਗੀ ਠੀਕ ਹੋ ਜਾਂਦੇ। ਸਗਲ ਰੋਗ ਕਾ ਔਖਦ ਨਾਮ, ਸਾਰੇ ਬੜੇ ਬੜੇ ਵੱਡੇ ਠੀਕ ਹੋਏ, ਬੰਧਨ ਟੁੱਟ ਜਾਂਦੇ ਸਾਰੇ। ਫਿਰ ਹੰਗਤਾ ਤੇ ਮਮਤਾ ਦੇ, ਹੰਕਾਰ ਦੇ ਤੇ ਮੈਂ ਮੇਰੀ ਦੇ ਜਿਹੜੇ ਬੰਧਨ ਹੈ ਨਾ, ਸਾਧ ਸੇਵ ਸੁਖ ਪਾਏ। ਜਿਨ੍ਹਾਂ ਨੇ ਸਾਧੂਆਂ ਦੀ, ਗੁਰਮੁਖਾਂ ਦੀ, ਸਤਿਗੁਰਾਂ ਦੀ ਸਤਸੰਗਤ ਦੀ ਸੇਵਾ ਕੀਤੀ ਹੈ, ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹਨਾਂ ਦੇ ਹੰਗਤਾ ਮਮਤਾ ਦੇ ਜਦੋਂ ਬੰਧਨ ਟੁੱਟ ਗਏ, ਤੇ ਫਿਰ ਕੀ ਹੁੰਦਾ ਹੈ? ਜਨਮ ਮਰਨ ਉਹਨਾਂ ਦਾ ਨਾਸ ਹੋ ਗਿਆ। ਆਹ ਜਨਮ ਦੇ ਵਿੱਚ ਜਿੰਨੇ ਕਰਮ ਹੈ ਉਹ ਭੋਗ ਗਏ, ਅਗਾਂਹ ਕੋਈ ਫਿਰ ਉਹਨਾਂ ਦਾ ਜਨਮ ਹੀ ਰਹਿੰਦਾ। ਹੁਣ ਕਈ ਆਪਾਂ ਬਚਨ ਕਹਿ ਵੀ ਦਿੰਦੇ ਕਿ ਬ੍ਰਹਮ ਗਿਆਨੀ ਗੁਰਮੁਖ ਹੋ ਕਿਉਂ ਦੁੱਖ ਭੋਗਦੇ। ਗੁਰਮੁਖੋ ਬਹੁਤੇ ਰੋਗ ਉਹਨਾਂ ਨੇ ਦੂਜਿਆਂ ਦੇ ਲਏ ਹੁੰਦੇ ਆ, ਉਹਨਾਂ ਦੇ ਆਪਣੇ ਰੋਗ ਘੱਟ ਹੀ ਹੁੰਦੇ। ਆਮ ਸੰਸਾਰੀ ਦੁਨਿਆਵੀ ਮਨੁੱਖ ਮੇਰੇ ਵਰਗੇ ਸਾਰੇ ਇਹੋ ਹੀ ਕਹਿੰਦੇ ਆ, ਬਾਬਾ ਜੀ ਮੇਰੀ ਅਰਦਾਸ ਕਰੋ, ਮੇਰਾ ਦੁੱਖ ਦੂਰ ਹੋ ਜੇ। ਫਿਰ ਬਾਬਾ ਜੀ ਕਈ ਵਾਰ ਗੁਰਮੁਖ ਤਰਸ ਕਰ ਲੈਂਦੇ ਆ, ਰੋਗ ਦੂਰ ਉਹਦਾ ਕਰ ਦਿੰਦੇ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਬੇਨਤੀ ਕੀਤੀ, ਸਿੰਘ ਨੇ ਹੈਗਾ ਬਹੁਤ ਪਰਿਵਾਰ ਸੇਵਾ ਵਾਲਾ ਸੀ, ਉਹਨੂੰ ਰੋਗ ਲੱਗਾ ਸੀ। ਕਹਿੰਦੇ ਭਾਈ 25 ਸਿੰਘ ਲਾ ਅਖੰਡ ਪਾਠੀ, 25 ਸਿੰਘ ਸੇਵਾਦਾਰ ਸਮੇਤ, ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਉਹਨਾਂ ਨੇ ਬਚਨ ਲਿਖਿਆ ਕਿ ਜਦੋਂ ਪਿਤਾ ਸਤਿਗੁਰੂ ਜੀ ਨੇ ਇੱਥੇ ਵੀ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਇੱਕ ਸਰਵਣ ਕੀਤੇ ਹੈ, ਇੱਕ ਦਮਦਮਾ ਸਾਹਿਬ ਜਦੋਂ ਸੰਪੂਰਨ ਅਰਥ ਪੜਾਉਣ ਤੋਂ ਬਾਅਦ ਕੀਤੇ। 25 ਸਿੰਘ ਲਾਏ ਸੀ, 5 ਪਾਠੀ, 5 ਜਾਪੀ, ਜਿਸ ਤਰ੍ਹਾਂ ਆਪ ਜੀ ਇੱਥੇ ਵੀ ਦੇਖ ਰਹੇ ਹੋ ਜਪਜੀ ਸਾਹਿਬ ਜੀ ਦਾ ਵੀ ਪਾਠ ਕਰਦੇ ਨਾਲ। 10 ਸਿੰਘ ਇਹ ਹੋ ਗਏ, 5 ਚੌਰ ਬਰਦਾਰ, 5 ਪਹਿਰੇਦਾਰ,
ਤੇ 5 ਜਿਹੜੇ ਆ ਉਹ ਲਾਂਗਰੀ ਸਿੰਘ, ਜਿਸ ਤਰ੍ਹਾਂ ਕਿਸੇ ਨੇ ਜਲ ਪਾਣੀ ਛਕਣਾ ਹੋਵੇ ਉਹ ਵੀ ਉੱਠਦੇ ਫਿਰ ਨਾਲ ਹੀ। ਸਾਰਿਆਂ ਹੀ ਬਾਣੀ ਪੜ੍ਹਨੀ ਹੈ, ਇਹ ਨਹੀਂ ਕਿ ਕਿਸੇ ਨੇ ਗੱਲਬਾਤ ਕਰਨੀ। ਜਪਜੀ ਸਾਹਿਬ ਵਾਲੇ ਪਾਠੀ ਜਾਪੀ ਤਾਂ ਕਰਦੇ ਆ, ਅਖੰਡ ਪਾਠ ਸਾਹਿਬ ਵਾਲੇ ਅੰਮ੍ਰਿਤ ਸਰੂਪ ਬਾਣੀ ਦਾ ਜਾਪ ਕਰਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ। ਜਿਹੜੇ ਪਹਿਰੇਦਾਰ ਹੈ, ਕਿਸੇ ਨੇ ਮੂਲ ਮੰਤਰ ਦਾ, ਕਿਸੇ ਨੇ ਗੁਰਮੰਤਰ ਦਾ ਜਾਪ ਕਰਨਾ, ਵਿਹਲਾ ਨਹੀਂ ਕਿਸੇ ਨੇ। ਚੌਰ ਬਰਦਾਰ ਬਾਣੀ ਸੁਣੀ ਜਾਂਦਾ, ਨਾਲੋਂ ਨਾਲ ਜਾਪ ਵੀ ਕਰ ਸਕਦਾ। ਇਸ ਤਰ੍ਹਾਂ ਸਾਰਿਆਂ ਹੀ ਬਾਣੀ ਪੜ੍ਹਦੇ ਰਹਿਣਾ, ਗੱਲ ਨਹੀਂ ਕਿਸੇ ਨੇ ਕਰਨੀ। ਤੇ ਤਿਆਰ ਬਰ ਤਿਆਰ ਹੋ। ਉਹ ਸਿੰਘ ਨੂੰ ਕਿਹਾ ਤੂੰ ਇਸ ਤਰ੍ਹਾਂ ਪਾਠੀ ਸਿੰਘ ਲੈ ਕੇ ਤੇ ਅਖੰਡ ਪਾਠ ਸਾਹਿਬ ਕਰਾ ਤੇ ਤੇਰਾ ਰੋਗ ਠੀਕ ਹੋ ਜਾਏਗਾ। ਉਹਨੇ ਕਰਵਾਇਆ ਪਰ ਰੋਗ ਠੀਕ ਨਾ ਹੋਇਆ। ਉਹਨੇ ਮਹਾਂਪੁਰਸ਼ਾਂ ਦੇ ਪਾਸ, ਗੁਰਮੁਖਾਂ ਪਾਸ ਬੇਨਤੀ ਕੀਤੀ, ਇਹ ਰੋਗ ਤੇ ਠੀਕ ਨਹੀਂ ਹੋਇਆ। ਹੁਣ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪਤਾ ਹੁੰਦਾ, ਇਹ ਅੰਤਰਜਾਮਤਾ ਤਾਂ ਬਹੁਤ ਪਹਿਲਾਂ ਵੀ ਮਿਲ ਜਾਂਦੀ ਗੁਰਮੁਖੋ। ਬ੍ਰਹਮ ਗਿਆਨ ਤਾਂ ਲਿਆ ਇਸ ਵਾਸਤੇ ਹੁੰਦਾ ਹੈ ਕਿ ਸਤਿਗੁਰੂ ਦੀ 24 ਘੰਟੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ। ਇੱਕ ਵਾਹਿਗੁਰੂ ਤੋਂ ਬਗੈਰ ਤੇ ਉਹ ਦੂਜਾ ਵਹਿੰਦਾ ਹੀ ਨਹੀਂ। ਉਹ ਗਲਤੀਆਂ ਕੋਈ ਥੋੜੀ ਵਹਿੰਦੇ ਰਹਿੰਦੇ ਆ, ਕਦੀ ਕਦਾਈ ਉਹਨਾਂ ਦੀ ਨਿਗਾਹ ਚਲ ਜਾਂਦੀ ਹੈ ਕਿਸੇ ਦੇ ਭਲੇ ਵਾਸਤੇ। ਉਹ ਦੱਸ ਦਿੰਦੇ ਕਿ ਭਾਈ ਤੂੰ ਆ ਗਲਤੀਆਂ ਕੀਤੀਆਂ ਤੇ ਤੂੰ ਸੰਭਲ ਜਾ। ਗੁਰਮੁਖੋ ਬ੍ਰਹਮ ਗਿਆਨ ਲੋਕਾਂ ਦੀ ਗਲਤੀਆਂ ਵੇਖਣ ਲਈ, ਮਨ ਵੇਖਣ ਲਈ ਨਹੀਂ ਲਿਆਏ ਹੁੰਦੇ। ਮਹਾਂਪੁਰਸ਼ਾਂ ਨੇ ਇੱਕ ਵਾਰੀ ਬਚਨ ਵੀ ਕਿਹਾ ਸੀ, ਸਿੰਘੋ ਜੇ ਤੁਹਾਡੇ ਮਨਾਂ ਵੱਲ ਨਿਗਾਹ ਮਾਰੀਏ ਤੇ ਇੱਕ ਸਕਿੰਟ ਵੀ ਤੁਹਾਡੇ ਨਾਲ ਨਹੀਂ ਰਹਿ ਸਕਦੇ ਅਸੀਂ। ਤੇ ਹੁਣ ਉਹ ਜਾਣਦੇ ਸਨ, ਜਦੋਂ ਉਹਨਾਂ ਪਾਸ ਬਾਣੀ ਤੇ ਸਤਿਗੁਰਾਂ ਦੀ ਬਖਸ਼ਿਸ਼ਾਂ ਤੇ ਤਰਕ ਕੀਤੀ ਉਸ ਸਿੰਘ ਨੇ, ਤੇ ਵਿਚਾਰੇ ਦੇ ਮਨ ਚ ਆਉਣੀ ਵੀ ਸੀ ਕਿਉਂਕਿ ਰੋਗ ਨਹੀਂ ਠੀਕ ਹੋਇਆ। ਤੇ ਕਹਿੰਦਾ ਜੀ ਬਾਣੀ ਦਾ ਮਹਾਤਮ ਨਹੀਂ ਮਿਲਦਾ ਹੁਣ ਲੱਗਦਾ। ਮਹਾਂਪੁਰਖ ਕਹਿਣ ਲੱਗੇ ਨਹੀਂ ਗੁਰਮੁਖਾ, ਕਿਸੇ ਸਿੰਘ ਵਿੱਚ ਢਲਿਆਈ ਹੈ, 25 ਵਿੱਚੋਂ ਕੋਈ ਤਿਆਰ ਬਰ ਤਿਆਰ ਨਹੀਂ ਹੋਣਗੇ। ਉਹ ਕਹਿੰਦਾ ਜੀ ਨਹੀਂ, ਬਹੁਤ ਚੜ੍ਹਦੀ ਕਲਾ ਵਾਲੇ ਤਿਆਰ ਬਰ ਤਿਆਰ ਬਾਣੀ ਪੜ੍ਹਨ ਵਾਲੇ ਸਿੰਘ ਹੈ। ਤੇ ਗੁਰਮੁਖੋ ਗਲਤੀ ਕਈ ਵਾਰ ਸੁਭਾਵਿਕ ਵੀ ਹੋ ਜਾਂਦੀ ਹੈ, ਗਲਤੀਆਂ ਸੁਭਾਵਿਕ ਹੀ ਹੋ ਜਾਂਦੀਆਂ। ਉਹਨੇ ਫੇਰ ਦੁਬਾਰਾ ਕਿਹਾ ਜੀ ਨਹੀਂ, ਬਹੁਤ ਸਭ ਚੜ੍ਹਦੀ ਕਲਾ ਵਾਲੇ ਤਿਆਰ ਬਰ ਤਿਆਰ। ਉਹ ਕਹਿੰਦੇ ਭਾਈ ਸਤਿਗੁਰਾਂ ਦੇ ਉੱਤੇ ਤਰਕ ਨਾ ਕਰ, ਬਾਣੀ ਤੇ ਤਰਕ ਨਾ ਕਰ, ਜਦ ਤੂੰ ਠੀਕ ਹੋ ਜਾਏਗਾ। ਉਹਨਾਂ ਆਪਣੇ ਸਰੀਰ ਤੇ ਰੋਗ ਲੈ ਲਿਆ ਸੀ। ਇਸ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਸੱਜੀ ਬਾਂਹ ਜਿਹੜੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਤੇ ਸਾਹ ਦਾ ਵੀ ਦੌਰਾ ਉਹਨਾਂ ਨੂੰ ਰਹਿੰਦਾ ਹੁੰਦਾ ਸੀ ਬਹੁਤ ਜ਼ਿਆਦਾ। ਇਹ ਮੈਨੂੰ ਖੁਦ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਸੱਚਖੰਡ ਵਾਸੀ, ਜਿਨ੍ਹਾਂ ਨੇ ਤਰਸ ਕਰਕੇ ਸਤਿਗੁਰਾਂ ਦੇ ਚਰਨੀ ਅਰਦਾਸ ਕਰਕੇ ਮਹਾਰਾਜ ਜੀ ਦੀ ਮਹਿਮਾ ਕਰਨ ਦੀ ਇਹ ਦਾਸ ਦੀ ਝੋਲੀ ਵਿੱਚ ਪਾਈ ਹੈ, ਸਮੱਤ ਬਖਸ਼ੀ ਹੈ ਸਤਿਗੁਰਾਂ ਕੋਲੋਂ ਲੈ ਕੇ। ਐਸੇ ਨਾਮ ਰਸੀਏ ਮਹਾਂਪੁਰਸ਼ ਗੁਰਮੁਖਾਂ ਨੇ, ਇਹ ਮੈਨੂੰ ਖੁਦ ਉਹਨਾਂ ਨੇ ਬਚਨ ਆਪ ਸੁਣਾਇਆ ਸੀ। ਕਹਿੰਦੇ ਉਹ ਸਿੰਘ ਦਾ ਲਾਲਪੁਰ ਦੇ ਇਲਾਕੇ ਦਾ ਸੀ, ਉਹਦਾ ਰੋਗ ਮਹਾਂਪੁਰਖਾਂ ਨੇ ਆਪਣੇ ਤੇ ਲਿਆ ਸੀ। ਗੁਰਮੁਖੋ ਸਾਨੂੰ ਕੀ ਪਤਾ ਕਿਹਦਾ ਉਹਨਾਂ ਨੇ ਰੋਗ ਲਿਆ, ਤਰਕ ਕਰਨ ਨੂੰ ਅਸੀਂ ਕਰ ਦਿੰਦੇ ਹਾਂ। ਤੇ ਜੇ ਕੋਈ 19-21 ਉਹਨਾਂ ਨੂੰ ਹੋਵੇ ਵੀ ਨਾ, ਉਹ ਆਪਣੀ ਪਰਾਲਬ ਖੁਸ਼ ਹੋ ਕੇ ਭੋਗਦੇ, ਦੁਖੀ ਨਹੀਂ ਹੁੰਦੇ। ਅਸੀਂ ਰੋਕ ਕੜਾ ਕੇ ਭੋਗਦੇ ਹਾਂ, ਪਰਾਲਬ ਦਾ ਅਸੀਂ ਵੀ ਭੋਗਦੇ ਹਾਂ, ਜਿਹੜੇ ਮਾੜੇ ਕਰਮ ਕੀਤੇ ਆ ਭੋਗਦੇ ਅਸੀਂ ਵੀ, ਪਰ ਅਸੀਂ ਮਨ ਕਰਕੇ ਤੇ ਤਨ ਦੋਵਾਂ ਕਰਕੇ ਭੋਗਦੇ ਹਾਂ। ਸਰੀਰ ਕਰਕੇ ਵੀ ਭੋਗਦੇ ਹਾਂ ਤੇ ਮਨ ਬੁੱਧੀ ਕਰਕੇ ਵੀ ਦੁਖੀ ਰਹਿੰਦੇ 24 ਘੰਟੇ ਟੈਨਸ਼ਨ। ਤੇ ਗੁਰਮੁਖ ਜਨ ਬ੍ਰਹਮ ਗਿਆਨੀ ਜਿਹੜੇ ਉਹ ਕੇਵਲ ਸਰੀਰ ਕਰਕੇ ਹੀ ਭੋਗਦੇ, ਮਨ ਤੇ ਉਹਨਾਂ ਦਾ ਸੁਤੰਤਰ ਆਤਮ ਸਰੂਪ ਵਿੱਚ ਜੁੜਿਆ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਬੜੇ ਨਾਮ ਰਸੀਏ ਮਹਾਂਪੁਰਸ਼ ਹੋਏ। ਅਮਰੀਕਾ ਤੋਂ ਸਿੰਘ ਆਏ ਸੀ, ਕੋਲ ਬੈਠੇ ਤੇ ਉਹ ਨਾਲੀਆਂ ਲੱਗੀਆਂ ਹੋਈਆਂ ਦੇਖ ਕੇ ਕਹਿਣ ਲੱਗੇ, ਮਨ ਦੇ ਵਿੱਚ ਸੋਚ ਰਹੇ ਸੀ ਤੇ ਆਪਸ ਚ ਗੱਲਾਂ ਵੀ ਕਰਨ ਲੱਗ ਪਏ ਦੋ ਜਣੇ। ਕਹਿੰਦੇ ਕਿੰਨੇ ਮਹਾਂਪੁਰਖ ਦੁਖੀ ਹੈ, ਸਰੀਰ ਕਿੰਨਾ ਇਹਨਾਂ ਦਾ ਦੁਖੀ। ਤੇ ਉਹ ਮਹਾਂਪੁਰਖ ਗੁਰਮੁਖਾਂ ਨੇ ਹੁਣ ਮਨ ਦੀਆਂ ਜਾਣਦੇ ਹੁੰਦੇ ਆ, ਬਾਹਰ ਦੀਆਂ ਤੇ ਸੁਣਨ ਦੀ ਗੱਲ ਦੂਰ ਉਹਨਾਂ ਦੀ। ਉਹ ਕਹਿਣ ਲੱਗੇ ਭਾਈ ਆ ਡੱਬੇ ਵਿੱਚੋਂ ਮਿਸ਼ਰੀ ਖਾਇਓ, ਭਲਾ ਕੌੜੀ ਹੈ ਕਿ ਮਿੱਠੀ ਹੈ। ਆਮ ਤੌਰ ਤੇ ਮਿਸ਼ਰੀ ਪ੍ਰਸ਼ਾਦ ਦਿੰਦੇ ਨਾ। ਤੇ ਉਹ ਡੱਬਾ ਬਾਹਰ ਜੰਗਾਲਿਆ ਬਹੁਤ ਸੀ। ਸਾਧ ਸੰਗਤ ਜੀ ਡੱਬਾ ਕਮਜ਼ੋਰ ਜਾਂ ਟੁੱਟਾ ਜਿਹਾ ਸੀ, ਬਾਹਰੋਂ ਦੇਖਣ ਨੂੰ ਲੱਗਦਾ ਬਹੁਤ ਜੰਗਾਲਿਆ ਹੋਇਆ ਡੱਬਾ ਸੀ। ਬਹੁਤ ਪੁਰਾਣੀ ਗੱਲ, ਅੱਜ ਤੋਂ ਕਰੀਬਨ 40-50 ਸਾਲ ਪੁਰਾਣੀ ਆ। ਤੇ ਉਹ ਡੱਬਾ ਜਿਹੜਾ ਸੀ ਉਹਦੇ ਵਿੱਚ ਮਿਸ਼ਰੀ ਸੀ, ਬਾਹਰੋਂ ਜੰਗਾਲਿਆ ਬਹੁਤ ਖਰਾਬ। ਤੇ ਮਹਾਂਪੁਰਖ ਕਹਿੰਦੇ ਇਹ ਮਿਸ਼ਰੀ ਖਾਇਓ, ਭਲਾ ਕੌੜੀ ਹੈ ਕਿ ਮਿੱਠੀ ਹੈ। ਉਹਨਾਂ ਲੈ ਕੇ ਖਾਧੀ, ਕਹਿੰਦੇ ਮਹਾਂਪੁਰਖੋ ਮਿੱਠੀ। ਕਹਿੰਦੇ ਅੱਛਾ, ਮੈਂ ਸੋਚਦਾ ਸੀ ਡੱਬਾ ਬਾਹਰੋਂ ਟੁੱਟਾ ਬਹੁਤ ਜ਼ਿਆਦਾ, ਜੰਗਾਲਿਆ ਹੋਇਆ ਖਰਾਬ ਜਿਹਾ ਕਾਲਾ ਬੜਾ ਦਿਖਾਈ ਦਿੰਦਾ, ਕਿ ਇਹਦੀ ਮਿਸ਼ਰੀ ਵੀ ਅੰਦਰੋਂ ਕੌੜੀ ਹੋਏਗੀ।
ਕਹਿੰਦੇ ਗੁਰਮੁਖੋ ਜਿਵੇਂ ਡੱਬੇ ਬਾਹਰੋਂ ਟੁੱਟੇ ਜੰਗਾਲੇ ਕਰਕੇ ਮਿਸ਼ਰੀ ਮਿੱਠੀ ਹੈ, ਕੌੜੀ ਨਹੀਂ ਹੈ। ਕਹਿੰਦੇ ਸਰੀਰ ਦੇ ਬਿਮਾਰ ਹੋਣ ਕਰਕੇ ਸਾਨੂੰ ਕੋਈ ਫਰਕ ਨਹੀਂ ਹੈਗਾ। ਕਹਿੰਦੇ ਅਸੀਂ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਕਿ ਪੂਰੀ ਦੁਨੀਆ ਦੇ ਰੋਗ ਮੈਨੂੰ ਦੇ ਦੇ, ਸਾਰੀ ਦੁਨੀਆ ਤੰਦਰੁਸਤ ਕਰ ਦੇ। ਕਹਿੰਦੇ ਸਾਨੂੰ ਨਹੀਂ ਕੋਈ ਦੁੱਖ। ਉਹ ਪਰਾਲਬਧ ਭੋਗ ਜਾਂਦੇ ਐ। ਹਉਮੈ ਕਰਕੇ ਕੋਈ ਕਰਮ ਨਹੀਂ ਕੀਤਾ ਹੁੰਦਾ। ਕੋਈ ਕਰਮ ਜਿਹੜਾ ਕੋਈ ਵੀ ਦਾਨ ਪੁੰਨ ਵਾਲਾ, ਪਾਪ ਤੇ ਕਰਦੇ ਨਹੀਂ, ਪੁੰਨ ਵਾਲਾ ਕਰਮ ਵੀ ਉਹ ਇੱਛਾ ਧਾਰ ਕੇ ਨਹੀਂ ਕਰਦੇ ਕਿ ਇਹਦਾ ਸੁੱਖ ਮਿਲੇ ਸਾਨੂੰ। ਗੁਰੂ ਸਾਹਿਬ ਦਾ ਹੁਕਮ ਜਾਣ ਕੇ ਹੀ ਕਰਦੇ ਆ। ਪਰਾਲਬਧ ਭੋਗ ਜਾਂਦੇ ਆ। ਜਿਹੜੇ ਸਰੀਰ ਕਰਕੇ ਕਰਮ ਹੋਏ ਆ ਉਹ ਫਿਰ ਜਦੋਂ ਹੰਗਤਾ ਹੀ ਨਹੀਂ ਕਰਦੇ ਤੇ ਉਗਣੇ ਕੀ ਹੈ? ਪੂਰਬਲੇ ਜਿਹੜੇ ਆ ਉਹ ਸਿਮਰਨ ਭਜਨ ਦੀ ਬੰਦਗੀ ਦੇ ਕਾਰਨ ਸਭ ਸੜ ਸੁੱਕ ਜਾਂਦੇ ਆ, ਉਗਦੇ ਹੀ ਨਹੀਂ। ਉਹ ਇਸ ਤਰ੍ਹਾਂ ਮੁਕਤ ਹੋ ਜਾਂਦੇ। ਤੇ ਜਿਹੜੇ ਉਹਨਾਂ ਦੇ ਚਰਨੀ ਲੱਗਦੇ ਆ, ਸੇਵਾ ਕਰਦੇ, ਸੰਗਤ ਵਿੱਚ ਆ ਕੇ ਸਤਿਗੁਰਾਂ ਦੇ ਚਰਨੀ ਸੇਵਾ ਕਰਦੇ, ਫਿਰ ਉਹਨਾਂ ਦੀ ਵੀ ਬਿਰਤੀ ਇਸ ਤਰ੍ਹਾਂ ਬਣਾ ਦਿੰਦੇ ਆ ਜਿਸ ਕਰਕੇ ਉਹਨਾਂ ਦੇ ਹੰਗਤਾ ਮਮਤਾ ਦੇ ਬੰਧਨ ਸਾਰੇ ਟੁੱਟ ਜਾਂਦੇ ਆ ਤੇ ਉਹ ਫਿਰ ਮੁਕਤ ਹੋ ਜਾਂਦੇ ਹਨ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਨਾਨਕ ਮਨਹੁ ਨਾ ਬੀਸਰੈ, ਗੁਣ ਨਿਧ ਗੋਬਿੰਦ ਰਾਏ। ਤੇ ਗੋਬਿੰਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਰਾਏ ਜੀ ਨਾਮ ਸੀ ਨਾ ਪਹਿਲਾਂ, ਜੇ ਆਪਾਂ ਉਹ ਵੀ ਰੱਖ ਲਈਏ, ਰਾਜਾ ਸਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਹੀਂ ਵਿਸਰਦੇ ਉਹਨਾਂ ਨੂੰ। ਫਿਰ ਉਹਨਾਂ ਦੇ ਮਨੋਂ ਕਦੀ ਵੀ ਇਹ ਨਾਮ ਜਿਹੜਾ ਹੈ ਉਹ ਭੁੱਲਦਾ ਨਹੀਂ ਹੈ। ਨਾਨਕ ਮਨਹੁ ਨਾ ਬੀਸਰੈ, ਮਨ ਤੋਂ ਕਦੀ ਨਹੀਂ ਭੁੱਲਦਾ। ਗੁਣ ਨਿਧ, ਜਿਹੜਾ ਗੁਣਾਂ ਦਾ ਸਮੁੰਦਰ ਹੈ, ਨਿਧ ਨਾਮ ਹੁੰਦਾ ਸਮੁੰਦਰ ਦਾ, ਜਿਹੜੇ ਗੁਣਾਂ ਦੇ ਸਮੁੰਦਰ। ਤੇ ਸਾਧ ਸੰਗਤ ਜੀ ਆਪਾਂ ਔਗਣਾਂ ਦੇ ਸਮੁੰਦਰ ਹਾਂ, ਉਹ ਗੁਣਾਂ ਦੇ ਸਮੁੰਦਰ। ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਵੀ ਗੁਣਗਰਾਹੀ ਬਣਾ ਦੇਣ। ਇਹ ਮਨ ਬਹੁਤ ਚੰਚਲ ਹੈ, ਖਿਨ ਵੀ ਟਿਕਦਾ ਨਹੀਂ। ਕਿਸੇ ਕੋਈ ਸੋਹਣੀ ਚੀਜ਼ ਮੈਨੂੰ ਮਿਲ ਜੇ, ਮੈਨੂੰ ਪੈਸਾ ਮਿਲ ਜੇ, ਮੈਨੂੰ ਆਹ ਮਿਲ ਜੇ, ਫੁਰਨੇ ਕਰਨ ਨੂੰ ਹਟਦਾ ਹੀ ਨਹੀਂ, ਗੁਣਾਂ ਵੱਲ ਤੇ ਜਾਂਦਾ ਹੀ ਨਹੀਂ। ਸਤਿਗੁਰੂ ਜੀ ਸਾਡਾ ਦੋਸ਼ ਦੱਸਦੇ ਹੋਏ ਕਹਿੰਦੇ ਨੇ, ਇਹ ਜਿਹੜੇ ਲੋਕ ਆ ਨਾ, ਅਵਗੁਣਾ ਕੀ ਬੰਨਾ ਹੈ ਗੰਠੜੀ, ਗੁਣ ਨਾ ਬਿਹਾਜਿਆ ਕੋਈ। ਇਹ ਤੇ ਔਗਣਾਂ ਦੀਆਂ ਗੰਢਾਂ ਬੰਨ੍ਹਦੇ ਆ, ਗੁਣ ਨਹੀਂ ਸਿੱਖਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਹੈ, ਜਿੱਥੇ ਜਾਏ ਬਈਏ ਭਲਾ ਕਹੀਏ। ਆਪਾਂ ਜਿੱਥੇ ਵੀ ਜਾਂਦੇ ਉੱਥੋਂ ਔਗਣ ਇਕੱਠੇ। ਹੁਣ ਬਹੁਤ ਸਾਰੇ ਜਿਨ੍ਹਾਂ ਦੀ ਬਦਕਿਸਮਤੀ ਹੈ, ਉਹਨਾਂ ਇੱਥੇ ਦਰਸ਼ਨ ਕਰਨ ਆਏ ਆ, ਔਗਣ ਹੀ ਬੰਨ ਕੇ ਲੈ ਜਾਣੇ ਆ। ਉੱਥੇ ਆਹ ਕਰਦੇ ਆ, ਇੱਥੇ ਆਹ ਕਰਦੇ ਆ। ਮਹਾਂਪੁਰਖਾਂ ਦਾ ਪਹਿਲਾਂ ਹੀ ਸਾਨੂੰ ਹੁਕਮ ਹੁੰਦਾ ਸੀ। ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਵੀ ਦੱਸਦੇ ਹੁੰਦੇ, ਉਹ ਤੇ ਵੱਡੇ ਮਹਾਂਪੁਰਸ਼ਾਂ ਦਾ ਨਾਂ ਲੈ ਕੇ ਹੀ ਉਹਨਾਂ ਬਚਨ ਕਹਿਣਾ ਕਿ ਵੱਡੇ ਮਹਾਂਪੁਰਖ ਕਹਿੰਦੇ ਸੀ ਜਦੋਂ ਦਰਸ਼ਨ ਕਰਨ ਜਾਣਾ ਨਾ, ਉੱਥੇ ਕਿਸੇ ਦੇ ਔਗਣ ਨਹੀਂ ਵਹਿੰਦੇ ਰਹਿਣਾ। ਜਿਹੜੀ ਸ਼ਰਧਾ ਲੈ ਕੇ ਗਏ ਜੇ ਉਹੀ ਸ਼ਰਧਾ ਵਾਪਸ ਲੈ ਕੇ ਆਉਣੀ। ਇੱਥੇ ਸੰਗਤ ਵਿੱਚ ਆਪਾਂ ਕੁਝ ਖੱਟਣ ਆਏ ਆ। ਗੁਰਮੁਖੋ ਜਿਸ ਤਰ੍ਹਾਂ ਦੇ ਸਾਡੇ ਸਰੀਰ ਹੈ, ਇਦਾਂ ਦੇ ਇੱਥੇ ਸੇਵਾਦਾਰ ਸਾਰੇ ਗੁਰਮੁਖ ਨੇ। ਜੇ ਸਾਡੇ ਕੋਲ ਭੁੱਲ ਹੁੰਦੀ ਹੈ ਤੇ ਉਹਨਾਂ ਕੋਲ ਹੋ ਗਈ ਤੇ ਕੀ ਗੱਲ ਹੈ? ਭੁੱਲ ਕਿਹਦੇ ਕੋਲੋਂ ਨਹੀਂ ਹੁੰਦੀ, ਭੁੱਲ ਕਿਹਦੇ ਕੋਲੋਂ ਨਹੀਂ ਹੁੰਦੀ, ਹਰ ਇੱਕ ਹੁੰਦੀ ਹੈ। ਜਿਹੜੇ ਗੁਰਮੁਖ ਇੱਥੇ ਹੁਣ 24 ਘੰਟੇ ਅੰਦਰ ਹੀ ਖਲੋ ਕੇ ਜਿੰਨਾ ਪਹਿਰਾ ਦੇਣਾ ਹੈ, ਉਹਨਾਂ ਇੱਕ ਦੂਜੇ ਦੇ ਕੰਨ ਵਿੱਚ ਕੋਈ ਕੰਮ ਦੱਸਣ ਵਾਸਤੇ ਸੁਭਾਵਕ ਗੱਲ ਵੀ ਕਰਨੀ ਹੈ। ਕਈ ਔਗਣ ਇੱਥੋਂ ਇਹੋ ਇਕੱਠਾ ਕਰਕੇ ਉੱਥੇ ਨਾ ਦਰਬਾਰ 'ਚ ਹੀ ਸੇਵਾਦਾਰ ਗੱਲਾਂ ਕਰਨ ਲੱਗ ਪੈਂਦੇ। ਗੁਰਮੁਖੋ ਜਿਹਨੇ ਇੱਥੇ ਖਲੋਣਾ ਹੀ ਇੱਥੇ, ਇੱਥੋਂ ਹਟਣਾ ਨਹੀਂ। ਜੇ ਕੋਈ ਹੁਣ ਕੰਮ ਹੈ, ਕੋਈ ਜ਼ਰੂਰੀ ਬਾਹਰ ਜਾਂ ਕੋਈ ਚੀਜ਼ ਲਿਆਉਣੀ ਹੈ ਤੇ ਇੱਕ ਦੂਜੇ ਨੂੰ ਕਹਿਣਾ ਹੀ ਪਵੇਗਾ ਨਾ। ਇੱਥੇ ਆਪਾਂ ਆਏ ਹਾਂ ਗੁਣ ਲੈਣ ਵਾਸਤੇ। ਸਤਿਗੁਰੂ ਜੀ ਦੇ ਵਿੱਚ ਇੱਥੋਂ ਦੇ ਪਿਆਰਿਆਂ ਵਿੱਚ ਬੜੇ ਗੁਣ ਹੈ। ਸ਼ਰਧਾ ਭਾਵਨਾ ਨਾਲ ਤਿਆਰ ਬਰ ਤਿਆਰ, ਸ਼ਸਤਰ ਧਾਰੀ, ਸਾਰੇ ਸੇਵਾ ਕਰਦੇ। ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਸਰੂਪ ਸਤਿਗੁਰੂ ਜੀ ਗੁਣ ਨਿਧ ਗੋਬਿੰਦ ਰਾਏ, ਜਿਹੜੇ ਬਾਣੀ ਦੁਆਰਾ ਰੱਖਿਆ ਕਰਨ ਵਾਲੇ ਹੈ। ਜੋਤ ਸਰੂਪ ਸਤਿਗੁਰੂ ਜੀ ਨੇ ਇੰਦਰੀਆਂ ਦੀ ਰੱਖਿਆ ਕਰਦੇ ਨੇ, ਮਨ ਦੀ ਰੱਖਿਆ ਕਰਦੇ ਨੇ, ਮਨ ਨੂੰ ਵਸ ਵਿੱਚ ਲਿਆ ਦਿੰਦੇ ਆ। ਐਸੇ ਸਤਿਗੁਰੂ ਸਾਹਿਬ ਜੀ ਗੁਣਾਂ ਦੇ ਜਿਹੜੇ ਖਜ਼ਾਨੇ ਹਨ, ਉਹਨਾਂ ਨੂੰ ਉਹ ਗਾਉਂਦੇ ਰਹਿੰਦੇ ਆ। ਉਹ ਕਦੀ ਪਰਮਾਤਮਾ ਭੁੱਲਦਾ ਨਹੀਂ ਹੈ, ਕਦੀ ਵੀ ਉਹਨਾਂ ਨੂੰ ਵਿਸਰਦਾ ਨਹੀਂ ਹੈ। ਹਰ ਟਾਈਮ ਉਹਦੇ ਨਾਮ ਬਾਣੀ ਸਿਮਰਨ ਵਿੱਚ ਲੀਨ ਰਹਿੰਦੇ ਹਨ। ਪੌੜੀ ਟਹਿਲ ਕਰਹੁ ਤਉ ਏਕ ਕੀ, ਜਾਤੇ ਬਿਰਥਾ ਨ ਕੋ। ਹੁਣ ਪੌੜੀ ਵਿੱਚ ਵਿਆਖਿਆ ਕਰਦੇ ਹੋ, ਕਹਿੰਦੇ ਭਾਈ ਜੇ ਟਹਿਲ ਸੇਵਾ ਕਰਨੀ ਹੈ ਨਾ ਤਾਂ ਇੱਕੋ ਸਤਿਗੁਰੂ ਪਰਮਾਤਮਾ ਦੀ ਕਰੋ। ਹੁਣ ਜਿਵੇਂ ਕੋਈ ਗੁਰਮੁਖੋ ਕਿਸੇ ਪਰਿਵਾਰ ਦੇ ਵਿੱਚ ਮਾਲਕ ਦਾ ਨੌਕਰ ਹੈ ਤੇ ਕੀ ਬੱਚਿਆਂ ਨੂੰ ਧੱਕੇ ਮਾਰੇਗਾ?
ਬੱਚਿਆਂ ਨੂੰ ਮਾੜਾ ਬੋਲੇਗਾ? ਉਹਨੇ ਤਾਂ ਤਨਖਾਹ ਲੈਣੀ ਮਹੀਨੇ ਬਾਅਦ। ਬੱਚੇ ਸ਼ਰਾਰਤਾਂ ਕਰਦੇ ਆ, ਬੱਚੇ ਕੀ ਕਰਦੇ ਉਹ ਖਿਆਲ ਦਿੰਦੇ ਬਹੁਤਾ ਕਿਤੇ? ਥੋੜਾ ਜਿਹਾ ਸਮਝਾ ਭਾਵੇਂ ਦੇ ਦੇਣ, ਗਲਤੀਆਂ ਹੋਏ ਤੇ ਕੋਈ ਗੱਲ ਨਹੀਂ ਤੇ ਉਹ ਚੁੱਪ ਕਰਕੇ ਆਨੰਦ ਨਾ, ਕਿਉਂਕਿ ਮਾਲਕ ਵੀ ਸਿਰ ਤੇ ਬੈਠਾ, ਆਪੇ ਮਾਲਕ ਘਰ ਵਿੱਚ ਸਮਝਾਏਗਾ। ਜੋ ਮਾਲਕ ਨੇ ਹੁਕਮ ਡਿਊਟੀ ਲਾਈ ਉਹ ਚੁੱਪ ਕਰਕੇ ਉਹ ਕੰਮ ਕਰਦੇ ਆ। ਤੇ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਸਾਰੇ ਸਿੱਖ ਨੇ, ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ ਹੈ। ਆਪਾਂ ਇੱਥੋਂ ਆਪ ਖੱਟਣ ਆਏ ਆ। ਜੇ ਹੁਣ ਆਪਾਂ ਸੇਵਾ ਕਰਾਂਗੇ ਤੇ ਗੁਰਮੁਖੋ ਫਲ ਆਪਾਂ ਨੂੰ ਮਿਲਣਾ, ਦੂਜੇ ਨੇ ਤੇ ਲੈ ਨਹੀਂ ਜਾਣਾ। ਤੇ ਆਪਣਾ ਉਲਾਮਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਤੂੰ ਕੀ ਕਰਦਾ, ਆਪਾਂ ਦੂਸਰੇ ਨੂੰ ਹੀ ਦੇਖਦੇ ਹਾਂ। ਮਾਰੇ ਕਹਿੰਦੇ ਜੇ ਇੱਕ ਪਰਮਾਤਮਾ ਦੀ, ਇੱਕ ਗੁਰੂ ਦੀ, ਇੱਕ ਵਾਹਿਗੁਰੂ ਦੀ ਸੇਵਾ ਕਰੋਗੇ, ਉਹਨੂੰ ਯਾਦ ਕਰੋਗੇ, ਸਿਮਰਨ ਕਰੋਗੇ, ਜਾਂ ਉਹਦੀ ਸ੍ਰਿਸ਼ਟੀ ਜਾਣ ਕਰਕੇ ਸਾਰਿਆਂ ਨਾਲ ਪਿਆਰ ਕਰਦੇ ਹੋਏ ਸੇਵਾ ਕਰੋਗੇ ਤਾਂ ਬਿਰਥਾ ਕੋਈ ਪੀੜਾ, ਕੋਈ ਦੁੱਖ ਨਹੀਂ ਹੋਵੇਗਾ ਤੈਨੂੰ। ਬਿਰਥਾ ਨਾਮ ਖਾਲੀ ਦਾ ਵੀ ਹੁੰਦਾ ਹੈ। ਤੂੰ ਖਾਲੀ ਨਹੀਂ ਜਾਵੇਂਗਾ, ਇੱਥੋਂ ਗੁਣਾ ਨਾ ਭਰ ਕੇ ਜਾਵੇਂਗਾ। ਇੱਥੋਂ ਲੱਦੀ ਖੇਪ ਸਵੱਲੀ, ਬਹੁਤ ਸੋਹਣੀ ਤੇ ਸੁੰਦਰ ਜਿਹੜੀ ਖੇਪ ਹੈ ਉਹ ਤੂੰ ਲੱਦ ਕੇ ਲੈ ਕੇ ਜਾਵੇਂਗਾ। ਸੁਭਾਵਕ ਹੀ ਫਿਰ ਗੁਣੀ, ਜਦੋਂ ਆਪਾਂ ਗੁਣ ਇਕੱਠੇ ਕਰਾਂਗੇ ਤੇ ਹਰ ਇੱਕ ਵਿੱਚੋਂ ਗੁਣ ਮਿਲ ਜਾਂਦਾ। ਗੁਰਮੁਖੋ ਹਰ ਇੱਕ ਵਿੱਚੋਂ ਗੁਣ ਮਿਲ ਜਾਂਦਾ। ਸਤਿਗੁਰੂ ਜੀ ਸਾਡੀ ਗੁਣਗਰਾਹੀ ਬਿਰਤੀ ਬਣਾ ਦੇਣ। ਪੁਰਾਤਨ ਸਮੇਂ ਦੀ ਇੱਕ ਸਾਖੀ ਆਉਂਦੀ ਆ, ਕਹਿੰਦੇ ਗੁਰੂ ਸਾਹਿਬ ਨੇ, ਉਹਦੇ ਨੇ ਜੋ ਪੜਾਉਣ ਵਾਲੇ ਗੁਰੂ ਸਾਹਿਬਾਨ ਸਨ, ਮਹਾਂਪੁਰਸ਼ ਸਨ, ਉਹਨਾਂ ਨੇ ਯੁਧਿਸ਼ਟਰ ਨੂੰ ਕਿਹਾ ਜਾ ਪਿੰਡ ਵਿੱਚੋਂ, ਸ਼ਹਿਰ ਵਿੱਚੋਂ ਨਾ, ਰਾਜਧਾਨੀ ਵਿੱਚੋਂ ਕੋਈ ਮਾੜਾ ਬੰਦਾ ਲੱਭ ਕੇ ਲਿਆ। ਤੇ ਦੁਰਯੋਧਨ ਨੂੰ ਕਹਿ ਦਿੱਤਾ ਕੋਈ ਚੰਗਾ ਬੰਦਾ ਲੱਭ ਕੇ ਲਿਆ। ਦੋਵਾਂ ਨੂੰ ਨਹੀਂ ਮਿਲੇ। ਯੁਧਿਸ਼ਟਰ ਨੂੰ ਮਾੜਾ ਨਹੀਂ ਮਿਲਿਆ, ਦੁਰਯੋਧਨ ਨੂੰ ਕੋਈ ਚੰਗਾ ਨਹੀਂ ਮਿਲਿਆ। ਸ਼ਹਿਰ ਤੇ ਇੱਕ ਹੀ, ਕਿਉਂਕਿ ਯੁਧਿਸ਼ਟਰ ਆਪਣੇ ਵੱਲ ਵੇਂਦਾ ਸੀ, ਦੁਰਯੋਧਨ ਦੂਸਰਿਆਂ ਵੱਲ ਦੇਖਦਾ ਸੀ, ਦੂਸਰਿਆਂ ਦੇ ਔਗਣ ਦੇਖਦਾ ਸੀ। ਇਸ ਵਾਸਤੇ ਜਿਹੜੇ ਇੱਕ ਦੀ ਟਹਿਲ ਸੇਵਾ ਕਰਦੇ ਆ, ਇੱਕ ਪਰਮਾਤਮਾ ਗੁਰੂ ਦੇ ਲੜ ਲੱਗਦੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਕਰਦੇ ਸੇਵਕ ਬਣ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਕੋਈ ਪੀੜਾ, ਕੋਈ ਦੁੱਖ ਨਹੀਂ ਰਹਿੰਦਾ। ਉਹ ਖਾਲੀ ਨਹੀਂ ਜਾਂਦੇ ਇਸ ਦੁਨੀਆ ਦੇ ਵਿੱਚੋਂ, ਨਾਮ ਜਪ ਕੇ ਜਾਂਦੇ ਆ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਇ। ਮਹਾਰਾਜ ਜੀ ਇਹਦਾ ਲਾਭ ਕੀ ਹੈ? ਹੁਣ ਆਪਾਂ ਫਸਲਾਂ ਬੀਜਦੇ ਹਾਂ, ਆਮ ਤੌਰ ਤੇ ਹੁਣ ਕਣਕ, ਇਧਰਲੇ ਇਲਾਕਿਆਂ ਵਿੱਚ ਛੋਲੇ ਇਤਿਆਦਿਕ ਵੀ ਬੀਜੇ ਆ, ਕੇਲੇ ਵੀ ਲਾਏ, ਜਾਂ ਕੋਈ ਵੀ ਕਿਸੇ ਕੁਆਲਿਟੀ ਦਾ ਬੀਜ ਦੂਸਰਾ ਬੀਜਦਾ ਹੈ ਤਾਂ ਖੇਤ ਬੀਜਣ ਵਾਲਾ ਦੂਜਾ ਜਿਹੜਾ ਗੁਆਂਢੀ, ਉਹ ਸੁਭਾਵਕ ਹੀ ਪੁੱਛ ਜਾਂਦਾ। ਜੇ ਉਹਨੂੰ ਕਿਸੇ ਨੂੰ ਰਹਿ ਵੀ ਦਈਏ, ਭਾਈ ਤੂੰ ਆਹ ਬੀਜ ਪਾਇਆ, ਕਿਤੋਂ ਪੁੱਛੇਗਾ ਇਹਦਾ ਫਾਇਦਾ ਕੀ ਹੈ, ਇਹਨੂੰ ਬਿਮਾਰੀ ਤਾਂ ਨਹੀਂ ਬਹੁਤੀ ਲੱਗਦੀ। ਕਈ ਬੀਜ ਐਸੇ ਹੁੰਦੇ ਉਹਨਾਂ ਨੂੰ ਬਿਮਾਰੀ ਬਹੁਤ ਜਲਦੀ ਲੱਗ ਜਾਂਦੀ ਹੈ, ਇਹ ਮਿਲੇਗਾ ਕੀ? ਇਸੇ ਤਰ੍ਹਾਂ ਸਤਿਗੁਰਾਂ ਦੇ ਅੱਗੇ ਵੀ ਸਵਾਲ ਹੈ ਗੁਰਸਿੱਖ ਦਾ। ਮਹਾਰਾਜ ਆਪ ਜੀ ਕਹਿੰਦੇ ਇੱਕੋ ਦੀ ਟਹਿਲ ਸੇਵਾ ਕਰੋ। ਇੱਥੇ ਤੇ ਵੱਖੋ ਵੱਖਰੇ ਦੇਵੀ ਦੇਵਤਿਆਂ ਨੂੰ ਧਿਆਉਂਦੇ ਆ, ਫਲਾਣੇ ਦੇਵਤੇ ਨੂੰ ਧਿਆਵਾਂਗੇ ਤੇ ਉਹ ਛੇਤੀ ਸ਼ੰਭੂਨਾਥ ਜੀ ਛੇਤੀ ਪ੍ਰਸੰਨ ਹੋ ਜਾਂਦੇ ਆ। ਉਹ ਬਹੁਤ ਭੋਲੇਨਾਥ ਹਨ, ਬਹੁਤ ਜਲਦੀ ਖੁਸ਼ ਹੁੰਦੇ ਆ, ਵਰ ਦੇ ਦਿੰਦੇ ਆ। ਫਲਾਣਾ ਦੇਵਤਾ ਉਹਨੂੰ ਧਿਆਈਏ ਤੇ ਆਹ ਮਿਲਦਾ ਹੈ, ਲక్ష్ਮੀ ਨੂੰ ਧਿਆਈਏ, ਲక్ష్ਮੀ ਦਾ ਸਿਮਰਨ ਕਰੀਏ, ਮਾਇਆ ਮਿਲਦੀ। ਤੁਸੀਂ ਕਹਿੰਦੇ ਇੱਕੋ ਇੱਕ ਪਰਮਾਤਮਾ ਬ੍ਰਹਮ ਵਾਹਿਗੁਰੂ ਦਾ ਹੀ ਸਿਮਰਨ ਕਰੋ, ਇੱਕ ਪਾਰ ਬ੍ਰਹਮ ਪਰਮੇਸ਼ਰ ਅੱਲਾ ਖੁਦਾ, ਉਹਦਾ ਹੀ ਧਿਆਨ ਧਰੋ, ਉਹਦੀ ਸੇਵਾ ਕਰੋ ਤੇ ਮਿਲੇਗਾ ਕੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਾਂ ਹੋਣਗੀਆਂ? ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰ ਕਰਦੇ ਹੋਏ, ਬਖਸ਼ਿਸ਼ ਕਰਦੇ ਹੋਏ ਬਚਨ ਕਹਿੰਦੇ ਹਨ, ਮਨ ਤਨ ਮੁਖ ਹੀਐ ਬਸੈ, ਜੋ ਚਾਹੋ ਸੋ ਹੋਇ। ਜੇ ਤੇਰੇ ਮਨ ਦੇ ਵਿੱਚ ਵੀ, ਤੇਰੇ ਤਨ ਦੇ ਵਿੱਚ ਵੀ, ਤੇਰੇ ਹਿਰਦੇ ਦੇ ਵਿੱਚ ਇੱਕ ਵਾਹਿਗੁਰੂ ਦਾ ਨਾਮ ਵਸ ਗਿਆ ਨਾ, ਉਹਦੀ ਸੇਵਾ ਦਾ ਹੀ ਵੇਖੋ ਗੁਰਮੁਖ ਸੇਵਾ ਕਰਾਉਂਦੇ ਨਾ, ਇੱਥੇ ਵੀ ਮਹਾਂਪੁਰਸ਼ ਕਾਰ ਸੇਵਾ ਵਾਲੇ ਵੀ, ਤੇ ਉਹ ਟੋਕਰੀ ਢਵਾਉਂਦੇ ਤੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਾਉਂਦੇ ਆ ਨਾ। ਸਾਨੂੰ ਹੁਕਮ ਹੈ ਸਤਿਗੁਰਾਂ ਦਾ, ਠੀਕ ਹੈ ਅਸੀਂ ਮਰਜ਼ੀਆਂ ਕਰਦੇ ਆ, ਲੰਗਰ ਪਕਾਉਣਾ ਹੈ, ਬਰਤਨ ਮਾਂਜਣੇ ਆ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਜਾਂ ਕੋਈ ਸ਼ਬਦ ਪੜ੍ਹਨਾ, ਕਿਉਂਕਿ ਗੁਰੂ ਦੀ ਸੇਵਾ ਹੈ। ਤੇ ਜਦੋਂ ਗੁਰੂ ਦੀ ਸਾਹਿਬ ਜੀ ਨੂੰ ਯਾਦ ਰੱਖ ਕੇ ਸੇਵਾ ਕਰਨੀ ਹੈ ਤੇ ਮਾਰੇ ਕਹਿੰਦੇ ਜਦੋਂ ਗੁਰੂ ਦੀ ਯਾਦ, ਗੁਰੂ ਦਾ ਨਾਮ, ਗੁਰੂ ਦੀ ਮਹਿਮਾ ਵਡਿਆਈ ਤੇਰੇ ਮਨ ਤਨ ਹਿਰਦੇ ਦੇ ਵਿੱਚ ਵਸ ਗਈ ਤੇ ਜੋ ਤੂੰ ਚਾਹਵੇਂਗਾ, ਜੋ ਵੀ ਤੇਰੀ ਇੱਛਾ ਹੋਵੇਗੀ ਉਹ ਹੋ ਜਾਏਗਾ, ਉਹ ਪਦਾਰਥ ਮਿਲ ਜਾਣਗੇ। ਟਹਿਲ ਮਹਿਲ ਤਾ ਕਉ ਮਿਲੈ, ਜਾ ਕਉ ਸਾਧ ਕਿਰਪਾਲ। ਤੇ ਮਹਾਰਾਜ ਜੀ ਸਾਧ ਸੰਗਤ ਕਰਨ ਦਾ ਆਪ ਜੀ ਨੇ ਹੁਕਮ ਕੀਤਾ ਸੀ। ਮਹਾਰਾਜ ਕਹਿੰਦੇ ਇਸੇ ਵਾਸਤੇ ਕੀਤਾ ਸੀ
ਜਿਨ੍ਹਾਂ ਤੇ ਸਾਧੂ ਖੁਸ਼ ਹੋ ਜਾਣ ਨਾ, ਉਹਨਾਂ ਨੂੰ ਹੀ ਮਨ ਚਿੱਤ ਬਾਣੀ ਕਰਕੇ ਜਿਹੜੇ ਆ ਨਾ, ਮਨ ਬਾਣੀ ਸਰੀਰ ਕਰਕੇ ਸੇਵਾ ਕਰਨ ਦਾ ਸ਼ੌਂਕ ਹੁੰਦਾ ਹੈ। ਉਹ ਫਿਰ ਸੇਵਾ ਵਿੱਚ ਲੀਨ ਰਹਿੰਦੇ, ਉਹ ਸੁੱਖਾਂ ਵਿੱਚ ਨਹੀਂ ਪੈਂਦੇ, ਉਹ ਦੂਸਰਿਆਂ ਦੇ ਔਗਣ ਨਹੀਂ ਦੇਖਦੇ, ਉਹ ਐਨ ਇਕਾਗਰ ਚਿੱਤ ਹੋ ਕੇ ਸੇਵਾ ਸਿਮਰਨ ਕਰਦੇ ਆ, ਜਿਸ ਕਰਕੇ ਫਿਰ ਉਹਨੂੰ ਮਹਿਲ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਤੇ ਸਾਧੂ ਗੁਰਮੁਖ ਕਿਰਪਾਲੂ ਹੁੰਦੇ, ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਆਪ ਹੀ ਬਚਨ ਦੱਸਿਆ, ਕਹਿੰਦੇ ਜਦੋਂ ਮੈਂ ਸੇਵਾ ਵਿੱਚ ਆਇਆ ਨਾ ਤੇ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਤੂੰ ਸੇਵਾ ਕਰ, ਤੂੰ ਕਰ ਸਕਦਾ ਹੈ। ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਗੜਵਈ ਦੀ ਸੇਵਾ ਕੀਤੀ, ਕਹਿੰਦੇ 1 ਸਾਲ 5 ਮਿੰਟ ਵੀ ਕਿਤੇ ਸੌਂ ਜਾਣਾ ਨਾ ਜਦੋਂ, ਤੇ ਉਸੇ ਵੇਲੇ ਬੁਲਾ ਕੇ ਕਹਿਣਾ ਕਿ ਇੱਥੇ ਸੌਣਾ ਆ, ਭੱਜ ਜਾ, ਕਛਹਿਰਾ ਪਰਨਾ ਚੁੱਕ ਤੇ ਭੱਜ ਜਾ, ਜਦੋਂ ਵੇਖੋ ਸੁੱਤਾ ਰਹਿੰਦਾ। ਕਹਿੰਦੇ ਬਹੁਤ ਕਰੜੀ ਪਰਖ ਲਈ 1 ਸਾਲ। 1 ਸਾਲ ਬਾਅਦ ਕਹਿਣ ਲੱਗੇ, ਮੈਂ ਸੋਚਿਆ ਸੀ ਠਾਕੁਰ ਸਿਆਂ ਤੂੰ ਭੱਜ ਜਾਏਗਾ। ਗੁਰਮੁਖੋ, ਕਿਸੇ ਨੂੰ ਭਜਾਉਣ ਦੀ ਇੱਛਾ ਧਾਰ ਕੇ ਸੇਵਾ ਕਰਾਈ ਹੋਵੇ ਕਿੰਨੀ ਔਖੀ। ਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਕਹਿੰਦੇ, ਮੈਂ ਸੋਚਿਆ ਸੀ ਤੂੰ ਭੱਜ ਜਾਏਗਾ, ਪਰ ਤੂੰ ਭੱਜਾ ਨਹੀਂ। ਤੇ ਨਾਲ ਹੀ ਐਸੀ ਮਿਹਰ ਦੀ ਨਿਗਾਹ ਨਾਲ ਤੱਕਿਆ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਤੇ ਕਹਿੰਦੇ ਉਹ ਨਾਮ, ਉਹ ਆਨੰਦ, ਗੁਰੂ ਦੀ ਮਹਿਮਾ ਐਸੀ ਹਿਰਦੇ 'ਚ ਵਸਾਈ, ਕਹਿੰਦੇ ਅੱਜ ਵੀ ਉਹ ਹੀ ਆਨੰਦ ਹੈ ਛਾਇਆ ਹੋਇਆ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੋ ਸਾਧੂ ਗੁਰਮੁਖ ਬ੍ਰਹਮ ਗਿਆਨੀ ਸਾਧ ਸੰਗਤ ਜਿਹਦੇ ਤੇ ਖੁਸ਼ ਹੋ ਜਾਂਦੀ ਹੈ ਨਾ, ਉਹਨੂੰ ਹੀ ਟਹਿਲ ਸੇਵਾ ਮਿਲਦੀ ਹੈ, ਫਿਰ ਉਹਨੂੰ ਹੀ ਮਹੱਲ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦਾ ਸਰੂਪ ਵੀ ਉਹਨੂੰ ਹੀ ਮਿਲਦਾ ਹੈ। ਸਾਧੂ ਸੰਗਤ ਤੋ ਬਸੈ, ਜੋ ਆਪਨ ਹੋਏ ਦਇਆਲ। ਤੇ ਮਹਾਰਾਜ ਜੇ ਇੰਨੇ ਸੁੱਖ ਮਿਲਦੇ ਆ ਤੇ ਸਾਰੀ ਸ੍ਰਿਸ਼ਟੀ ਆ ਕੇ ਕਿਉਂ ਨਹੀਂ ਸੇਵਾ ਕਰਨ ਲੱਗ ਪੈਂਦੀ? ਮਹਾਰਾਜ ਕਹਿੰਦੇ ਨਹੀਂ, ਸਾਧੂ ਦੀ ਸੰਗਤ ਤਉ ਮਿਲੇ ਤਾਂ ਮਿਲਦੀ ਹੈ ਜੇ ਆਪ ਵਾਹਿਗੁਰੂ ਕਿਰਪਾਲੂ ਹੋਵੇ ਕਿ ਇਹਨੂੰ ਜਨਮ ਮਰਨ ਦੇ ਚੱਕਰ ਚੋਂ ਕੱਢ ਲਈਏ। ਇਹ ਪਾਪੀ ਇੰਨਾ ਜ਼ਿਆਦਾ ਬਣ ਗਿਆ ਹੈ, ਜਾਂ ਇਹ ਪੁੰਨੀ ਕਰਮ ਕਰ ਕਰਕੇ ਸਵਰਗਾਂ ਦੇ ਵਿੱਚ ਨਰਕਾਂ ਵਿੱਚ ਤੁਰਿਆ ਰਹਿੰਦਾ ਹੈ, ਇਹ ਇਸੇ ਕਰਮ ਕਾਂਡ ਦੇ ਚੱਕਰ ਵਿੱਚ ਹੀ ਇਕੱਲਾ ਪਿਆ ਹੈ। ਤੇ ਇਹਨੂੰ ਨਾਮ ਜਪਾ ਕੇ ਹੁਣ ਆਪਣੇ ਲੜ ਲਾ ਲਈਏ, ਇਹਨੂੰ ਆਪਣੇ ਵਿੱਚ ਅਭੇਦ ਕਰ ਲਈਏ। ਕਹਿੰਦੇ ਫਿਰ ਸਾਧ ਸੰਗਤ ਜਿਹੜੀ ਹੈ ਉਹਦੀ ਸੇਵਾ ਮਿਲਦੀ ਹੈ। ਆਪਾਂ ਵਾਹਿਗੁਰੂ ਦੇ ਚਰਨੀ ਅਰਦਾਸ ਕਰੀਏ। ਜਦੋਂ ਅਰਦਾਸ ਗੁਰਮੁਖ ਪਿਆਰੇ ਕਰਦੇ ਤੇ ਇਹੋ ਕਹਿੰਦੇ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤਨ ਮਨ ਕਰਕੇ ਬੇਨਤੀ ਕਰੀਏ, ਕਿਉਂਕਿ ਜਿਨ੍ਹਾਂ ਨੂੰ ਚਿੱਤ ਆਉਂਦਾ ਮਿਲਾ ਸਕਦੇ। ਇੱਕ ਗੰਗਨਮ ਨਾਮ ਦਾ ਵਿਦਵਾਨ ਹੋਇਆ ਬਹੁਤ ਤਗੜਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਕਹਿੰਦੇ ਨੇ, ਜੇਤੇ ਭਗਤ ਭਗਤ ਸੇ ਪੂਜੋ ਮਨ ਭਰਮਨ ਭਰਮ ਚੁਕਾਵੇ। ਕੋ ਸਾਨੂੰ ਬਿਮਾਰੀ, ਅਸੀਂ ਬਾਣਾ ਬਾਹਰਲਾ ਵੇਖ ਕੇ, ਬਾਹਰਲਾ ਲਿਬਾਸ ਵੇਖ ਕੇ, ਇਹਨੇ ਜੀ ਗੇਰੂ ਰੰਗ ਦੇ ਕੱਪੜੇ ਪਾਏ ਆਏ ਤੇ ਇਹ ਸਾਧੂ ਕਿੱਥੇ ਹੋਣਾ? ਪਖੰਡੀ। ਗੁਰਮੁਖੋ ਨਹੀਂ, ਕੱਪੜਿਆਂ 'ਚ ਸਾਧਪੁਣਾ ਨਹੀਂ ਹੈ। ਜੇ ਕੋਈ ਹਿੰਦੂ ਮਤ ਦਾ ਮਹਾਤਮਾ ਹੈ, ਉਹਨੂੰ ਮਹਾਤਮਾ ਕਰਕੇ ਜਾਣੋ। ਜੇ ਉਹ ਕੋਈ ਕਰਮੀ ਹੋਏਗਾ ਤਾਂ ਸਾਨੂੰ ਕੀ ਬਾਣਾ ਤੇ ਉਹਨੇ ਪਾਇਆ ਨਾ। ਅਸੀਂ ਹਰ ਇੱਕ ਤੇ ਤਰਕ, ਅਜੇ ਲੱਛਣ ਵੀ ਨਹੀਂ ਵਹਿੰਦੇ, ਨਾਲ ਰਹੇ ਵੀ ਨਹੀਂ ਹੁੰਦੇ। ਕਿਸੇ ਦੇ ਸਿਰ ਤੇ ਟੋਪੀ ਰੱਖੀ ਹੋਈ ਹੈ, ਉਹਨੇ ਕੱਪੜੇ, ਮੁਸਲਮਾਨ ਵੀਰ ਕੋਈ ਸਾਧੂ ਹੈ, ਦੇਖ ਕੇ ਦੂਰੋਂ ਕਹਿ ਦੇਣਾ ਤੇ ਮੁਸਲਮਾਨ ਹੈ। ਕਿਉਂ? ਸਾਈਂ ਮੀਆਂ ਮੀਰ ਜੀ ਮੁਸਲਮਾਨਾਂ ਚੋਂ ਨਹੀਂ ਸੀ ਕਿ ਭੀਖਮ ਸ਼ਾਹ, ਜਿਨ੍ਹਾਂ ਨੂੰ ਪਿਤਾ ਸਤਿਗੁਰੂ ਜੀ ਨੇ ਜੋਤ ਸਰੂਪ ਦਰਸ਼ਨ ਦਿੱਤੇ, ਜਦੋਂ ਪ੍ਰਗਟ ਹੋਏ ਸ੍ਰਿਸ਼ਟੀ ਵਿੱਚ, ਪ੍ਰਕਾਸ਼ਮਾਨ ਹੋਏ ਪਟਨਾ ਸਾਹਿਬ ਜੀ ਦੀ ਧਰਤੀ ਤੇ, ਸਭ ਤੋਂ ਪਹਿਲਾਂ ਭੀਖਮ ਸ਼ਾਹ ਨੂੰ ਦਰਸ਼ਨ ਨਹੀਂ ਦਿੱਤੇ? ਸ਼ਿਵਦੱਤ ਪੰਡਿਤ ਨੂੰ, ਹਿੰਦੂ ਵੀਰ ਨੂੰ ਨਿਹਾਲ ਨਹੀਂ ਕੀਤਾ? ਕਿਹਨੂੰ ਨਹੀਂ ਕੀਤਾ? ਸਤਿਗੁਰੂ ਜੀ ਨੇ। ਪਰ ਸਾਡੀ ਬਦਕਿਸਮਤੀ ਹੈ, ਅਸੀਂ ਬਾਹਰਲਾ ਬਾਣਾ ਹੀ ਵੇਖਦੇ ਕਰਨਾ, ਲੱਛਣ ਨਹੀਂ ਅਜੇ ਵੇਖੇ ਹੁੰਦੇ, ਕੋਈ ਸੰਗਤ ਨਹੀਂ ਕੀਤੀ। ਸਤਿਗੁਰੂ ਜੀ ਬਚਾ ਲੈਣ, ਧੰਨ ਪਿਤਾ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵਿਚਰਨ ਦੀ ਜਾਚ ਆ ਜਾਵੇ ਸਤ ਸੰਗਤ ਦੇ ਵਿੱਚ। ਸੋ ਸਾਧ ਸੰਗਤ ਜੀ, ਉਹ ਸਾਧੂ, ਉਹ ਵਿਦਵਾਨ ਸੀ ਬਹੁਤ ਜ਼ਿਆਦਾ। ਪਹਿਲਾਂ 16 ਸਾਲ ਦੀ ਉਮਰ ਵਿੱਚ ਵੇਦ ਪੜ੍ਹ ਲੈ, ਸ਼ਾਸਤਰ ਪੜ੍ਹ ਲੈ, ਜਿਸ ਤਰ੍ਹਾਂ ਕੰਠ ਹੋ ਜਾਂਦੇ ਇਸ ਤਰ੍ਹਾਂ ਫਿਰ ਉਹ ਚਰਚਾ ਕਰਨ ਲੱਗ ਪਿਆ। ਇੱਕ ਦਿਨ ਬਨਾਰਸ ਦਰਿਆ ਤੋਂ ਨਦੀ ਪਾਰ ਕਰਨ ਲੱਗਾ, ਜਦੋਂ ਦਰਿਆ ਨੂੰ ਪਾਰ ਕਰਨ ਲੱਗਾ ਬੇੜੀ ਤੇ ਬੈਠ ਕੇ, ਤੇ ਸਾਹਮਣੇ ਕੀ ਵੇਖਿਆ? ਉੱਚੇ ਥਾਂ ਦੇ ਉੱਤੇ ਇੱਕ ਸਾਧੂ ਬੈਠਾ ਹੋਇਆ, ਗੇਰੂ ਕੱਪੜੇ ਪਾਏ। ਉਹਨਾਂ ਕੋਲ ਜਾ ਕੇ ਕਹਿੰਦਾ, ਮੇਰੇ ਨਾਲ ਸ਼ਾਸਤਰਾਰਥ ਕਰੋ, ਗ੍ਰੰਥ ਤੇ ਸ਼ਾਸਤਰ ਤੇ ਚਰਚਾ ਕਰੋ। ਕਹਿੰਦੇ, ਭਾਈ ਮੈਂ ਤਾਂ ਨਾਮ ਜਪਣ ਵਾਲਾ, ਮੈਂ ਚਰਚਾ ਨਹੀਂ ਜਾਣਦਾ ਕੁਛ, ਮੈਂ ਤਾਂ ਹਰੀ ਨਾਮ ਹੀ ਜਾਣਦਾ ਬਸ। ਉਹ ਕਹਿੰਦੇ, ਫਿਰ ਤੂੰ ਆ ਸਾਧ ਕਾਦ ਲਈ ਬਣਿਆ? ਤੇ ਬੜੀ ਤਰਕ ਕੀਤੀ। ਉਹ ਕਹਿੰਦੇ, ਭਾਈ ਤੂੰ ਪੜ੍ਹਿਆ? ਕਹਿੰਦਾ, ਹਾਂ ਮੈਂ 6 ਸ਼ਾਸਤਰ ਪੜ੍ਹਿਆ, 4 ਵੇਦ ਪੜ੍ਹਿਆ, ਮੈਂ ਵਿਦਵਾਨ ਆ ਬਹੁਤ ਉੱਚ ਕੋਟੀ ਦਾ। ਤੁਹਾਨੂੰ ਆਪਣਾ ਅਸਥਾਨ ਛੱਡ ਕੇ ਮੈਨੂੰ ਅਸਥਾਨ ਦੇਣਾ ਚਾਹੀਦਾ ਸੀ। ਕਹਿੰਦੇ, ਮੈਨੂੰ ਤੇ ਤੂੰ ਮਹਾ ਮੂਰਖ ਲੱਗਦਾ,
ਜਦੋਂ ਇਹ ਗੱਲ ਕਹੀ ਕਿਸੇ ਵਿਦਵਾਨ ਨੂੰ, ਇਹ ਜਿਹੜਾ ਵਾਕਿਆ ਵਿਦਵਾਨ ਹੋਵੇ ਉਹਨੂੰ ਗੱਲ ਕਹੀ ਹੋਵੇ ਤੇ ਗੁਰਮੁਖ ਹਿੱਲ ਗਿਆ ਅੰਦਰ ਤੱਕ। ਉਹ ਕਹਿੰਦਾ ਮੈਂ ਕਿੱਦਾਂ ਮੂਰਖ ਹਾਂ। ਕਹਿੰਦਾ ਤੂੰ ਫਿਰ ਛੋਟਾ ਜਿਹਾ ਅੱਖਰ ਇੱਕ ਮੈਂ ਤੈਨੂੰ ਦੱਸਦਾ, ਉਹ ਯਾਦ ਕਰਕੇ ਵਿਖਾ ਦੇ। ਕਹਿੰਦੇ ਕਿਹੜਾ? ਕਹਿੰਦੇ ਰਾਮ। ਭਾਵੇਂ ਤੂੰ ਕਥਾ ਕਰ, ਕਿਸੇ ਨਾਲ ਬੋਲ, ਤੈਨੂੰ ਰਾਮ ਨਹੀਂ ਭੁੱਲਣਾ ਚਾਹੀਦਾ। ਸ਼ਾਸਤਰਾਰਥ ਕਰਦਿਆਂ, ਕਥਾ ਕਰਦਿਆਂ, ਪੜਾਉਂਦਿਆਂ, ਪੜਦਿਆਂ ਤੈਨੂੰ ਰਾਮ ਨਹੀਂ ਭੁੱਲਣਾ ਚਾਹੀਦਾ। ਤੂੰ ਯਾਦ ਕਰਕੇ ਦਿਖਾ ਦੇ। ਹੁਣ ਕਥਾ ਕਰਨ ਗਿਆ ਇੱਕ ਸਾਧੂ ਨੇ, ਉਹਦੇ ਭਲੇ ਵਾਸਤੇ ਬਚਨ ਕਿਹਾ, ਕੋਈ ਮਾਮੂਲੀ ਨਹੀਂ ਕਿਹਾ। ਜਦੋਂ ਸਾਧੂ ਕਿਰਪਾ ਦੀ ਨਿਗਾਹ ਨਾਲ ਕੋਈ ਬੋਲ ਬੋਲਦਾ, ਗੁਰਮੁਖੋ ਸਾਰੀ ਉਮਰ ਨਹੀਂ ਭੁੱਲਦਾ। ਹੁਣ ਉਹ ਕਥਾ ਕਰਨ ਲੱਗਾ ਤੇ ਬਾਅਦ ਵਿੱਚ ਬੜਾ ਪਛਤਾਇਆ ਕਿ ਮੈਨੂੰ ਤਾਂ ਰਾਮ ਰਾਮ ਭੁੱਲ ਗਿਆ। ਜਦੋਂ ਇਸ ਤਰ੍ਹਾਂ ਕਰੇ ਤੇ ਭੁੱਲ ਜਾਵੇ। ਹੁਣ ਗੱਲਬਾਤ ਕਿਸੇ ਨਾਲ ਸੁਭਾਵਕ ਕਰੀਏ, ਭੁੱਲ ਜਾਂਦਾ ਸਿਮਰਨ ਅੰਦਰੋਂ। ਉਹਨੇ ਫਿਰ ਛੱਡ ਦਿੱਤਾ ਸਭ ਕੁਝ। 12 ਸਾਲ ਬੰਦਗੀ ਕੀਤੀ, ਨਾਮ ਜਪਿਆ, ਫਿਰ ਵੀ ਭੁੱਲ ਜਾਂਦਾ। ਅੱਜ ਦੁਖੀ ਹੋ ਕੇ ਦਰਿਆ ਗੰਗਾ ਵਿੱਚ ਡੁੱਬ ਕੇ ਮਰਨ ਵਾਸਤੇ ਤੁਰ ਪਿਆ। ਕਿਨਾਰੇ ਤੇ ਛਾਲ ਮਾਰ ਲੱਗਾ, ਕਹਿੰਦਾ ਡੂੰਘਾ ਨਹੀਂ ਹੈ, ਇੱਥੇ ਮਰਿਆ ਨਹੀਂ ਜਾਣਾ। ਫਿਰ ਕਿਤੇ ਮਨ ਬਾਹਰ ਨਾ ਕੱਢ ਲਿਆਵੇ ਸਰੀਰ ਨੂੰ। ਕਹਿੰਦਾ ਬੇੜੇ ਵਿੱਚ ਬੈਠ ਕੇ, ਮਨ ਨੂੰ ਕਹਿੰਦਾ ਬੇੜੇ 'ਚ ਬੈਠ ਕੇ ਜਿੱਥੇ ਬਹੁਤ ਡੂੰਘਾ ਦਰਿਆ ਹੈ ਉੱਥੇ ਛਾਲ ਮਾਰਾਂਗੇ। ਜਦੋਂ ਬੇੜੇ ਵਿੱਚ ਬੈਠ ਕੇ ਜਾਣ ਲੱਗਾ ਵਿਚਕਾਰ ਚੱਲਣ ਵਾਸਤੇ ਦਰਿਆ ਦੇ, ਕੀ ਦੇਖ ਰਿਹਾ? ਉਹ ਮਹਾਂਪੁਰਖ ਫੇਰ ਵਿੱਚ ਬੈਠੇ ਹੋਏ, ਚਰਨ ਫੜ ਕੇ ਉੱਚੀ ਧਾਈ ਮਾਰ ਕੇ ਰੋ ਪਿਆ। ਕਹਿੰਦਾ ਜੀ ਉਦੋਂ ਮੈਂ ਬਹੁਤ ਗੁੱਸਾ ਕੀਤਾ ਸੀ ਜਦੋਂ ਤੁਸੀਂ ਮੈਨੂੰ ਮਹਾਮੂਰਖ ਕਿਹਾ ਸੀ। ਮੈਂ ਵਾਕਿਆ ਹੀ ਮਹਾਮੂਰਖ ਹਾਂ। ਮੈਂ ਸਭ ਕੁਝ ਯਾਦ ਕਥਾ ਕਰਦਾ, ਸਭ ਕੁਝ ਮੈਨੂੰ ਪਤਾ ਹੈ, ਮੈਂ ਫਿਰ ਵੀ ਭੁੱਲਦਾ ਹਾਂ। ਮੇਰਾ ਮਨ ਵਿਕਾਰਾਂ ਵੱਲ ਜਾਂਦਾ ਹੈ। ਇੰਨੇ ਸਾਲ ਹੋ ਗਏ ਨਹੀਂ ਵਾਸ ਆ ਰਿਹਾ। ਅੱਜ ਮੈਂ ਮਰਨ ਵਾਸਤੇ ਇੱਥੇ ਛਾਲ ਮਾਰਨ ਲਈ ਆਇਆ ਸੀ, ਗੰਗਾ ਦੇ ਵਿੱਚ ਡੁੱਬ ਕੇ ਮਰਨ ਲਈ ਆਇਆ ਸੀ। ਆਪ ਜੀ ਫਿਰ ਮਿਲ ਪਏ ਹੋ। ਪਿੱਠ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਅਬ ਨਹੀਂ ਭੂਲੇਗਾ। ਤੇ ਗੁਰਮੁਖੋ ਕਹਿਣ ਦੀ ਦੇਰ ਸੀ, ਹਿਰਦੇ 'ਚ ਰੋਮ ਰੋਮ ਚੱਲ ਪਏ। ਆਪਾਂ ਕਹਿ ਦਿੰਦੇ ਸਾਧ ਦੀ ਕੀ ਲੋੜ ਹੈ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਇੱਥੇ ਹੀ ਬਚਨ ਕਿਹਾ ਸੀ, ਕਿਸੇ ਨੂੰ ਨਾਮ ਵਿਸਰ ਗਿਆ ਸੀ, ਸਵਾਸ ਸਵਾਸ ਚੱਲਦਾ ਬੰਦ ਹੋ ਗਿਆ ਸੀ। ਉਹਨਾਂ ਨੇ 4 ਗੱਲਾਂ ਕਹੀਆਂ ਸਨ। ਉਹਨਾਂ ਪਹਿਲਾ ਪ੍ਰਸ਼ਨ ਉਹਨੂੰ ਕੀਤਾ, ਜਦੋਂ ਲੱਭਦਾ ਲੱਭਦਾ ਇੱਥੇ ਆਇਆ, ਮਹਾਂਪੁਰਖਾਂ ਨੇ, ਕਿਸੇ ਗੁਰਮੁਖ ਨੇ ਕਿਹਾ ਕਿ ਤੁਹਾਨੂੰ ਉਹਦੇ ਕੋਲੋਂ ਇਹ ਜਵਾਬ ਮਿਲ ਸਕਦਾ, ਤੈਨੂੰ ਸਵਾਸ ਸਵਾਸ ਚੱਲਦਾ ਬੰਦ ਕਿਉਂ ਹੋਇਆ? ਉਹਨੇ ਆ ਕੇ ਜਦੋਂ ਬੇਨਤੀ ਕੀਤੀ, ਕਹਿੰਦੇ ਭਾਈ ਤੂੰ ਹੰਕਾਰ ਕੀਤਾ ਹੋਵੇਗਾ, ਸਵਾਸ ਸਵਾਸ ਚੱਲਣ ਲੱਗ ਪਿਆ। ਕਹਿੰਦਾ ਜੀ ਨਹੀਂ। ਕਹਿੰਦੇ ਤੂੰ ਅਭਿਆਸ ਕਢਾ ਦਿੱਤਾ ਹੋਵੇਗਾ। ਕਹਿੰਦਾ ਜੀ ਨਹੀਂ, ਜਿੰਨਾ ਪਹਿਲਾਂ ਸਮਾਂ ਨਾਮ ਜਪਦਾ ਸੀ ਓਨਾ ਹੀ ਅੱਜ ਜਪਦਾ। ਕਹਿੰਦੇ ਤੂੰ ਵਿਕਾਰੀ ਹੋ ਗਿਆ ਹੋਵੇਗਾ, ਤੇਰਾ ਖਾਣ ਪੀਣ ਪਹਿਨਣ ਭੋਗਣ ਦੀਆਂ ਚੀਜ਼ਾਂ ਵਿੱਚ ਬਹੁਤਾ ਚਿੱਤ ਲੱਗਣ ਲੱਗ ਪਏ, ਤਾਂ ਵੀ ਕਹਿੰਦੇ ਭੁੱਲ ਜਾਂਦਾ ਹੈ। ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਜਿੰਨੇ ਤੈਨੂੰ ਗੁਰੂ ਦੇ ਲੜ ਲਾਇਆ ਹੋਵੇਗਾ, ਜਾਨੀ ਕਿ ਖੰਡੇ ਬਾਟੇ ਦੀ ਪੌਲ, ਜਿੰਨੇ ਤੈਨੂੰ ਪ੍ਰੇਰ ਕੇ ਇਸ ਰਾਹ ਤੇ ਤੋਰਿਆ ਹੋਵੇਗਾ ਨਾ ਗੁਰਸਿੱਖ ਨੇ, ਉਹ ਤੇਰੇ ਨਾਲ ਨਾਰਾਜ਼ ਹੋ ਗਿਆ ਹੋਵੇਗਾ। ਕਹਿੰਦਾ ਹਾਂ ਜੀ, ਉਹ ਨਾਰਾਜ਼ ਹੋ ਗਿਆ। ਗੁਰਮੁਖੋ ਜਿੰਨਾ ਨਹੀਂ ਜਪਿਆ ਉਹ ਬੜੀਆਂ ਤਰਕਾਂ ਕਰਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਚਨ ਕਹਿੰਦੇ, ਫਿਰ ਦੁਬਾਰਾ ਸੁਣੀਏ ਜੀ। ਸਾਧੂ ਸੰਗਤ ਤਉ ਬਸੈ, ਜੋ ਆਪਨ ਹੋਹਿ ਦਇਆਲ। ਜਦੋਂ ਆਪ ਵਾਹਿਗੁਰੂ ਦਿਆਲੂ ਕਿਰਪਾਲੂ ਹੁੰਦਾ, ਫਿਰ ਐਸੀ ਸਾਧ ਸੰਗਤ ਗੁਰਮੁਖਾਂ ਦੇ ਵਿੱਚ ਵਸਦਾ ਹੈ। ਟੋਹੇ ਟਾਹੇ ਬਹੁ ਭਵਨ, ਬਿਨ ਨਾਵੈ ਸੁਖ ਨਾਹਿ। ਮਾਰੇ ਕਹਿੰਦੇ ਭਾਈ ਨਾਮ ਤੋਂ ਬਗੈਰ ਸੁਖ ਨਹੀਂ ਹੈ। ਟੋ ਟਾ ਕੇ, ਇਹ ਪੰਜਾਬੀ ਬੋਲੀ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਟੋ ਟਾ ਕੇ, ਗੱਲਬਾਤ ਕਰਕੇ, ਖਾ ਖੂ ਕੇ, ਪੀ ਪੂ ਕੇ, ਆਪਾਂ ਇਸ ਤਰ੍ਹਾਂ ਅੱਖਰ ਵਰਤਦੇ ਨਾਮ, ਇਸ ਤਰ੍ਹਾਂ ਮਾਰੇ ਕਹਿੰਦੇ ਟੋ ਟਾ ਕੇ, ਟੋ ਕੇ ਹੱਥ ਲਾ ਕੇ ਚੰਗੀ ਤਰ੍ਹਾਂ ਪੜਤਾਲ ਕਰਕੇ ਦੇਖਿਆ ਹੈ, ਬਿਨਾ ਨਾਮ ਤੋਂ ਸੁਖ ਨਹੀਂ ਹੈ ਆਤਮਕ। ਟਲ ਹੈ ਜਾਮ ਕੇ ਦੂਤ ਤੈ ਹੈ, ਜੋ ਸਾਧੂ ਸੰਗ ਸਮਾਹਿ। ਜੋ ਸਾਧ ਸੰਗਤ ਵਿੱਚ ਸਮਾਉਂਦੇ ਆ, ਜੋ ਸਤਿਗੁਰਾਂ ਦੇ ਚਰਣੀ ਲੱਗ ਜਾਂਦੇ। ਸਾਧੂ ਕੀ ਕਹਿੰਦੇ ਆ, ਮੇਰੇ ਪੈਰ ਘੁੱਟੀ ਜਾ। ਨਹੀਂ, ਗੁਰਮਤ ਦੇ ਸਾਧੂ ਗੁਰਮੁਖ ਤੇ ਉਹੀ ਕਹਿੰਦੇ ਭਾਈ ਖੰਡੇ ਬਾਟੇ ਦੀ ਪੌਲ ਛਕ, 5 ਪਿਆਰਿਆਂ ਕੋਲੋਂ ਗੁਰਮੰਤਰ ਮੂਲ ਮੰਤਰ ਲੈ ਤੇ ਸੰਗਤ ਕਰਿਆ ਕਰ। ਪਰ ਇੱਥੇ ਰੋਜ਼ ਆ ਕੇ ਕਥਾ ਕੀਰਤਨ ਸੁਣਿਆ ਕਰ, ਸੰਗਤ ਦੀ ਸੇਵਾ ਕਰਿਆ ਕਰ। ਇਹੋ ਕਹਿੰਦੇ ਗੁਰਮਤੀ ਇਹ ਸਾਧ ਗੁਰਮੁਖ ਇਹੋ ਹੀ ਕਹਿੰਦੇ। ਪਖੰਡੀਆਂ ਦੀ ਗੱਲ ਨਹੀਂ ਗੁਰੂ ਸਾਹਿਬ ਜੀ ਕਹਿ ਰਹੇ, ਇੱਥੇ ਉਹਨਾਂ ਸਾਧੂਆਂ ਦੀ ਗੱਲ ਕਰ ਰਹੇ ਜਿਨ੍ਹਾਂ ਨਾਲ ਆਪਣਾ ਆਪ ਸਾਧਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰਨ ਕਰਕੇ ਜਿਹੜੇ ਜਮਦੂਤ ਹੈ ਨਾ, ਧਰਮ ਰਾਜਾ ਜਮ, ਉਹਦੇ ਦੂਤ ਜਿਹੜੇ ਕਿੰਕਰ ਦਾਸ ਸੇਵਕ ਹੀ ਹੈ, ਉਹ ਵੀ ਵੇਖ ਕਰਕੇ ਟਲ ਜਾਂਦੇ ਨੇ। ਉਹ ਵੀ ਕਹਿੰਦੇ ਭਾਈ ਅਸੀਂ ਨਹੀਂ ਜਾ ਸਕਦੇ, ਇੱਥੇ ਸਾਨੂੰ ਮਨਾਹੀ ਹੀ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਐ ਦੂਤ। ਬਾਰ ਬਾਰ ਜਾਓ ਸੰਤ ਸਦਕੇ। ਇਸ ਵਾਸਤੇ ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਗੁਰਮੁਖ ਗੁਰਸਿੱਖ ਸੰਗਤਾਂ ਸੇਵਾ ਕਰਦੀਆਂ, ਬਾਰ ਬਾਰ ਤਨ ਮਨ ਕਰਕੇ ਬਲਿਹਾਰ ਜਾਓ। ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤੋ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ।
ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਗੁਰਮੁਖ ਜਿਹੜੇ ਗੁਰੂ ਨਾਲ ਜੋੜਦੇ ਐ, ਸਿਮਰਨ ਭਜਨ ਵਿੱਚ ਲਾਉਂਦੇ ਐ, ਸੇਵਾ ਸਿਮਰਨ ਵਿੱਚ ਲਾਉਂਦੇ ਐ, ਐਸੀ ਸੰਗਤ ਐਸੇ ਪਿਆਰਿਆਂ ਤੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਬਲਿਹਾਰ ਜਾਣਾ ਕਰੋ ਬਾਰ-ਬਾਰ। ਨਾਨਕ ਪਾਪ ਬਿਨਾਸੇ ਕਦ ਕੇ। ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਤੈਨੂੰ ਪਤਾ ਹੀ ਨਹੀਂ ਲੱਗੇਗਾ ਕਦੋਂ ਦੇ ਤੇਰੇ ਪਾਪ ਵਿਨਾਸ਼ ਹੋ ਗਏ, ਸਾਰੇ ਦੋਸ਼ ਵੀ ਦੂਰ ਹੋ ਗਏ ਆ, ਸਾਰਾ ਕੁਝ ਚਲੇ ਜਾਂਦਾ ਹੈ। ਇਸ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਾਂ ਕੀਤੀਆਂ ਹੈ। ਹਜੂਰੀ ਸੇਵਕ ਗੁਰਮੁਖ ਗੁਰਸਿੱਖ ਜਿੰਨੇ ਵੀ ਇੱਥੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬਾਰ-ਬਾਰ ਹੁਕਮ ਕੀਤਾ ਹਾਜ਼ਰੀ ਜ਼ਰੂਰ ਭਰ। ਆਪ ਕਿਰਪਾ ਕਰਕੇ ਪਿਤਾ ਸਤਿਗੁਰੂ ਜੀ ਦੇ ਚਰਣੀ ਅਰਦਾਸ ਕਰਕੇ ਬੇਨਤੀਆਂ ਕਰਕੇ ਕਿ ਇਹਨੂੰ ਗਰੀਬ ਨੂੰ ਵੀ ਆਪਣੀ ਝੋਲੀ ਵਿੱਚ ਬਿਠਾ ਲਓ, ਬਿਠਾ ਕੇ ਮਹਿਮਾ ਕਰਾ ਲਓ। ਹਾਜ਼ਰੀ ਭਰਵਾਈ ਹੈ, ਉਹਨਾਂ ਦਾ ਰੋਮ ਰੋਮ ਕਰਕੇ ਧੰਨਵਾਦ। ਪਿਤਾ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮਹਾਨ ਰਹਿਮਤਾਂ ਬਖਸ਼ਾਂ ਕੀਤੀਆਂ। ਕਿਰਪਾ ਕਰੋ, ਕਿਰਪਾ ਕਰੋ, ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਾਂ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮਹਾਰਾਜ ਸੱਚੇ ਪਾਤਸ਼ਾਹ ਤਨ ਮਨ ਕਰਕੇ ਸਿੱਖੀ ਕਮਾਉਣ ਦਾ ਬਲ ਬਖਸ਼ੋ। ਜਿੰਨੇ ਸਵਾਸ ਨੇ ਆਪ ਜੀ ਦੀ ਮਹਿਮਾ ਵਡਿਆਈ ਕਰਦਿਆਂ, ਗੁਰਮਤਿ ਦਾ ਪ੍ਰਚਾਰ ਕਰਦਿਆਂ, ਗੁਰਮਤਿ ਕਮਾਉਂਦਿਆਂ, ਸਿਮਰਨ ਭਜਨ ਕਰਦਿਆਂ, ਆਪ ਜੀ ਦੇ ਪਿਆਰਿਆਂ ਦੇ ਦੀਦਾਰ ਕਰਦਿਆਂ ਬਤੀਤ ਕਰਾਉਣੇ। ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਸਾਰਿਆਂ ਦਾ। ਮੇਰੇ ਕੋਲੋਂ ਹੋਈਆਂ ਭੁੱਲਾਂ ਦੀ ਜੋ ਹੈ ਮੁਆਫੀਆਂ ਬਖਸ਼ਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ, ਅਸੀਸਾਂ ਦੇਣੀਆਂ, ਅਰਦਾਸਾਂ ਕਰਨੀਆਂ। ਸਤਿਗੁਰੂ ਜੀ ਆਪਣੇ ਚਰਨਾਂ ਨਾਲ ਸਦਾ ਲਾ ਕੇ ਰੱਖਣ। ਪਰਿਵਾਰ ਨੂੰ ਵੀ ਸਿੱਖੀ ਨਾਮਦਾਨ ਸਿਦਕ ਭਰੋਸੇ ਦੀ ਦਾਤ ਬਖਸ਼ਣ ਜੀ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਮੂਹ ਪ੍ਰਬੰਧਕ ਗੁਰਮੁਖਾਂ ਹਜੂਰੀ ਸੇਵਕਾਂ ਦਾ ਧੰਨਵਾਦ ਜੀ। ਬਾਰ ਬਾਰ ਜਾਓ ਸੰਤ ਸਦਕੇ, ਨਾਨਕ ਪਾਪ ਬਿਨਾਸੇ ਕਦ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾ ਰਾਖਉ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰਾ ਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ। ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੇ ਚੜ੍ਹਦੀ ਕਲਾ ਰੱਖਣੀ। ਸੱਚੇ ਪਾਤਸ਼ਾਹ ਜੀ ਮਹਾਰਾਜ।